ਓਕੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਸਾਡੇ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅਸੀਂ ਕਿਉਂਕਿ ਲਗਾਤਾਰ ਬਹੁਤ ਸਾਰੇ ਦੋਸਤਾਂ ਨਾਲ, ਕਲਾਕਾਰਾਂ ਨਾਲ, ਰੰਗਕਰਮੀਆਂ ਨਾਲ, ਸੰਗੀਤਕਾਰਾਂ ਨਾਲ, ਨ੍ਰਿਤਕਾਰਾਂ ਨਾਲ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ, ਉਹਨਾਂ ਦੇ ਸੁਪਨਿਆਂ ਦੀ ਕਹਾਣੀ, ਉਹਨਾਂ ਦੇ ਜਿਗਿਆਸਾ ਦੇ ਬਾਰੇ 'ਚ ਅਸੀਂ ਹਰ ਰੋਜ਼ ਗੱਲਾਂ ਕਰਦੇ ਹਾਂ। ਔਰ ਅੱਜ ਇਸ ਲੜੀ ਦੇ ਤਹਿਤ ਸਾਡੇ ਨਾਲ ਥੀਏਟਰ ਮਿਊਜ਼ਿਕ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਬਹੁਤ ਲੰਬਾ ਸਮੇਂ ਤੋਂ ਪੰਜਾਬੀ ਰੰਗਮੰਚ ਲਈ ਥੀਏਟਰ ਦੇ ਵਿੱਚ ਮਿਊਜ਼ਿਕ ਇਹਨਾਂ ਨੇ ਬਹੁਤ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤਾ ਔਰ ਬਹੁਤ ਸਾਰੇ ਨਾਟਕਾਂ ਦੇ ਗੀਤ ਗਾਏ ਔਰ ਖੁਦ ਦਾ ਇਹਨਾਂ ਦਾ ਆਪਣਾ ਰਿਕਾਰਡਿੰਗ ਸਟੂਡੀਓ ਵੀ ਹੈ। ਸਾਡੇ ਨਾਲ ਹਰਿੰਦਰ ਸੋਲ ਹੋਰੀ ਜੁੜੇ ਹੋਏ ਨੇ। ਇਹਨਾਂ ਨੇ ਜਿੱਥੇ ਕਿ ਮੇਰੇ ਲਗਭਗ 100 ਨਾਟਕਾਂ ਦੇ ਵਿੱਚ ਸੰਗੀਤ ਦਿੱਤਾ ਹੈ, ਉੱਥੇ ਬਹੁਤ ਸਾਰੇ ਹੋਰ ਨਾਟਕਕਾਰ, ਚਾਹੇ ਉਹ ਡਾਕਟਰ ਸਾਹਿਬ ਸਿੰਘ ਹੈ ਨਵਨਿੰਦਰਾ ਬਹਿਲ ਹੋਰਾਂ ਦੇ ਨਾਟਕ ਦੇ ਵਿੱਚ, ਜਾਂ ਜਗਦੀਸ਼ ਸਚਦੇਵਾ ਹੋਰਾਂ ਦੇ, ਜਤਿੰਦਰ ਬਰਾੜ ਹੋਰਾਂ ਦੇ ਨਾਟਕ ਵਿੱਚ, ਹੋਰ ਬਹੁਤ ਸਾਰੇ ਹਰਦੀਪ ਗਿੱਲ ਹੋਰਾਂ ਦੇ ਨਾਟਕਾਂ ਵਿੱਚ, ਹੋਰ ਬਹੁਤ ਸਾਰੇ ਪੰਜਾਬੀ ਰੰਗਮੰਚ ਦੇ ਅਹਿਮ ਨਾਟਕਕਾਰ, ਨਿਰਦੇਸ਼ਕ, ਜਿਨ੍ਹਾਂ ਦੇ ਨਾਟਕਾਂ ਵਿੱਚ ਇਹਨਾਂ ਨੇ ਸੰਗੀਤ ਦਿੱਤਾ। ਸੋ ਹਰਿੰਦਰ ਸੋਲ ਜੀ ਆਇਆਂ ਨੂੰ ਤੁਹਾਨੂੰ। ਔਰ ਅਸੀਂ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਸੰਘਰਸ਼ ਲੜੀ ਦੇ ਤਹਿਤ ਆਪਾਂ ਗੱਲਾਂ ਕਰਦੇ ਹਾਂ। ਤੇ ਮੇਰੇ ਖਿਆਲ ਤੁਸੀਂ ਆਪਣਾ ਕੈਮਰਾ ਜ਼ਰਾ ਫਿਕਸ ਕਰ ਲਓ ਇੱਕ ਜਗ੍ਹਾ ਤੇ। ਹਾਂਜੀ ਹਾਂਜੀ ਭਾਜੀ, ਮੈਂ ਫਿਕਸ ਕਰ ਲਿਆ ਕੈਮਰਾ। ਹਾਂਜੀ ਹਾਂ ਹਾਂ ਹਾਂ, ਇੱਕ ਸਾਈਡ ਤੇ ਤੁਹਾਡਾ ਹੱਥ ਤੁਸੀਂ ਰੱਖਿਆ ਮੇਰੇ ਖਿਆਲ। ਹੈਲੋ, ਆਵਾਜ਼ ਆ ਰਹੀ ਤੁਹਾਨੂੰ? ਹੈਲੋ ਹੈਲੋ, ਆ ਰਹੀ? ਹਾਂਜੀ ਹਾਂਜੀ ਭਾਜੀ, ਆ ਰਹੀ ਆਵਾਜ਼। ਹਾਂਜੀ ਹਾਂਜੀ, ਠੀਕ ਹੈ। ਤੇ ਹਰਿੰਦਰ, ਅਸੀਂ ਤੁਹਾਡੇ ਨਾਲ ਬਸ ਤੁਹਾਡੇ ਮੁੱਢ ਤੋਂ ਗੱਲਾਂ ਸ਼ੁਰੂ ਕਰਦੇ ਆ ਕਿ ਤੁਸੀਂ ਜਦੋਂ ਰੰਗਮੰਚ ਸੰਗੀਤ ਵੱਲ ਆਏ ਜਾਂ ਰੰਗਮੰਚ ਵਾਲੇ ਪਾਸੇ ਇਸ ਕਲਾ ਦੇ ਖੇਤਰ ਦੇ ਵਿੱਚ ਆਏ, ਤੇ ਕੀ ਇਹ ਤੁਹਾਨੂੰ ਬਚਪਨ ਤੋਂ ਸ਼ੌਕ ਸੀ ਜਾਂ ਕਿਹੜੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਇੱਧਰ ਨੂੰ ਤੁਰੇ ਸੀ? ਸਭ ਤੋਂ ਪਹਿਲਾਂ ਤੇ ਭਾਜੀ ਸ਼ੁਕਰੀਆ, ਤੁਸੀਂ ਮੌਕਾ ਦਿੱਤਾ ਕਿਉਂਕਿ ਮੈਂ ਵੀ ਰੰਗਮੰਚ ਦਾ ਇੱਕ ਸਰਗਰਮ ਮੈਂਬਰ ਰਿਹਾ। ਬਹੁਤ ਸਾਰਾ ਤੁਹਾਡੇ ਨਾਲ ਕੰਮ ਕੀਤਾ, ਤੁਹਾਡੇ ਕੋਲ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਿਆ। ਮੇਰੇ ਖਿਆਲ ਜੀਣ ਦੀ ਜਾਚ ਸਿੱਖੀ ਹੈ ਤੁਹਾਡੇ ਨਾਲ ਰਹਿ ਕੇ। ਤੇ ਰੰਗਮੰਚ ਬਾਰੇ ਪਹਿਲਾਂ, ਕਿਉਂਕਿ ਮੇਰੇ ਤੋਂ ਪਹਿਲਾਂ ਸਾਡੇ 'ਚ ਪਰਿਵਾਰ 'ਚ ਕੋਈ ਨਹੀਂ ਸੀਗਾ ਐਸਾ ਵੀ ਜਿਹੜਾ ਰੰਗਮੰਚ ਦੇ ਬਾਰੇ ਕੁਝ ਜਾਣਦਾ ਹੋਵੇ, ਜਾਂ ਸੰਗੀਤ ਦੀ ਦੁਨੀਆ ਦਾ ਕੁਛ ਇੱਦਾਂ ਦਾ ਕੁਛ ਨਹੀਂ ਸੀਗਾ। ਤੇ ਸਾਡੀ ਆਪਣੀ ਤਾਂ ਵਰਕਸ਼ਾਪ ਸੀਗੀ, ਵੈਲਡਨ ਕਰਾਰ ਦਾ ਕੰਮ ਅਸੀਂ ਬਚਪਨ 'ਚ ਉਹ ਦੇਖਿਆ, ਉਹ ਸਿੱਖਿਆ, ਉਹ ਕੀਤਾ। ਤੇ ਗਾਉਣ ਦਾ ਸ਼ੁਰੂ ਤੋਂ ਥੋੜਾ ਬਹੁਤਾ ਸ਼ੌਕ ਸੀਗਾ, ਪਰ ਇਹ ਨਹੀਂ ਸੀ ਪਤਾ ਵੀ ਗਾਇਕੀ ਹੁੰਦੀ ਕੀ ਹੈ। ਸੋ ਸਾਡੇ ਉਦੋਂ ਵਰਕਸ਼ਾਪ ਦੇ ਲਾਗੇ ਇੱਕ ਸੀਗੇ ਯੋਗਰਾਜ ਹੋਣੀ, ਉਹਨਾਂ ਦਾ ਨਾਂ ਸੀਗਾ, ਤੇ ਉਹ ਰੰਗਮੰਚ ਨਾਲ ਜਾਂ ਰਾਮਲੀਲਾ ਨਾਲ ਜੁੜੇ ਸੀਗੇ ਕਿਸੇ ਤਰ੍ਹਾਂ। ਤੇ ਉਹਨਾਂ ਦੇ ਨਾਲ ਉਹਨਾਂ ਨੂੰ ਪਤਾ ਲੱਗਾ ਯਾਰ ਮੁੰਡੇ ਨੂੰ ਥੋੜਾ ਜਿਹਾ ਕਿਤੇ ਹੈਗਾ ਇੰਟਰਸਟ ਰੱਖਦਾ ਇਸ ਚੀਜ਼ ਦਾ। ਔਰ ਪੰਡਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਸੋ ਯੋਗਰਾਜ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਮੁੰਡੇ ਦੇ ਥੋੜਾ ਜਿਹਾ ਹੈਗਾ, ਕੁਝ ਸਿੱਖਣਾ ਚਾਹੁੰਦਾ, ਕੁਝ ਕਰਨਾ ਚਾਹੁੰਦਾ, ਮੈਨੂੰ ਉਹਨਾਂ ਨੇ ਭਾਜੀ ਉਹਨਾਂ ਦਿਨਾਂ ਦੇ ਵਿੱਚ, ਇਹ ਗੱਲ ਮੈਂ ਕਰ ਰਿਹਾ 91 ਦੀ, ਮੈਨੂੰ ਬਾਊ ਮੋਹਨ ਲਾਲ ਕੰਵਲ ਹੁੰਦੇ ਸੀਗੇ ਮਿਲਾਪ ਕਲਾ ਕੇਂਦਰ ਵਾਲੇ। ਅੱਛਾ। ਉਹਨਾਂ ਦੇ ਕੋਲ ਮੈਨੂੰ ਲੈ ਕੇ ਗਏ ਵੀ ਏਦਾਂ ਏਦਾਂ ਇਹ ਮੁੰਡਾ ਨਵਾਂ ਹੈ ਤੇ ਗਾਉਣ ਦਾ ਸ਼ੌਕ ਆ, ਤੇ ਇਹਨੂੰ ਆਪਾਂ ਦੇਖੋ ਨਾਲ। ਸੋ ਚੇਟਕ ਤੇ ਗਾਉਣ ਦੀ ਸੀਗੀ, ਪਰ ਗਾਉਣ ਦੇ ਨਾਲ ਨਾਲ ਉਹਨਾਂ ਨੇ ਫਿਰ ਉਹਨਾਂ ਨਾਟਕ ਕੀਤਾ ਸੀਗਾ ਭਾਰਤ ਮਾਂ ਦੇ ਸੱਭੇ ਲਾਲ। ਅੱਛਾ। ਤੇ ਉਹਦੇ ਵਿੱਚ ਨਾਲ ਹੁੰਦਾ ਵੀ ਚੱਲ ਗਾਣਾ ਵੀ ਥੋੜਾ ਜਿਹਾ ਨਾਲ ਮੈਂਸ਼ਨ ਕਰਦੇ ਜਿਹੜਾ ਕਿਹੜੇ ਸਾਲਾਂ ਦੀ ਗੱਲ ਸੀ, ਤਾਂ ਜੋ ਇਹ ਚੀਜ਼ਾਂ ਰਿਕਾਰਡ ਹੋ ਜਾਣ। ਜੀ ਜੀ, ਮੈਂ ਦੱਸ ਰਿਹਾ, ਇਹ 91 ਦੀ ਗੱਲ ਹੈ ਭਾਜੀ, ਮੈਂ ਅੱਗੇ ਵੀ ਜ਼ਿਕਰ ਕੀਤਾ। ਇਹ 1991 ਦੀ ਗੱਲ ਮੈਂ ਕਰ ਰਿਹਾ, ਜਦੋਂ ਮੈਨੂੰ ਯੋਗਰਾਜ ਹੋਣੀ ਮਿਲੇ, ਉਹਨਾਂ ਨੇ ਫਿਰ ਬਾਊ ਮੋਹਨ ਲਾਲ ਕੰਵਲ ਹੋਣਾ ਨਾਲ ਜੋੜਿਆ। ਇਹ ਉਹ ਜਿਹੜਾ ਹੈਗਾ ਬੱਗੀਆਂ ਵਾਲਾ ਕਟਰਾ, ਉਹਦੇ ਵਿੱਚ ਉਹਨਾਂ ਦਾ ਘਰ ਸੀਗਾ, ਤੇ ਉੱਥੇ ਹੀ ਉਹ ਸਾਰੀ ਰਿਹਰਸਲ ਵਗੈਰਾ ਕਰਦੇ ਹੁੰਦੇ ਸੀਗੇ। ਮੇਰੇ ਲਈ ਤੇ ਅਨੋਖੀਆਂ ਗੱਲਾਂ ਸੀਗੀਆਂ ਸਾਰੀਆਂ, ਵੀ ਏਦਾਂ ਯਾਰ ਏਦਾਂ ਵੀ ਨਾਟਕ ਹੁੰਦਾ, ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਮੈਨੂੰ। ਤੇ ਉਹ ਉਹਨਾਂ ਦੇ ਨਾਲ ਨਾਟਕ ਕੀਤਾ, ਜਿਹੜਾ ਭਾਰਤ ਮਾਂ ਦੇ ਸੱਭੇ ਲਾਲ ਇੱਕ ਨਾਟਕ ਹੋਰ ਸੀਗਾ, ਉਹਦੇ ਛੋਟਾ ਜਿਹਾ ਰੋਲ ਕੀਤਾ ਮੈਂ। ਉਹਨਾਂ ਨੇ ਡਾਂਗਾ ਫੜ ਕੇ ਹੀ ਖਲੋਤੇ ਰਹਿਣਾ, ਹੋਰ ਕੋਈ ਡਾਇਲੋਗ ਕੋਈ ਨਹੀਂ ਸੀਗਾ, ਬਸ ਖੜੇ ਰਹਿਣਾ। ਤੇ ਜਨੂਨ ਇਹ ਸੀਗਾ ਵੀ ਮੈਂ ਕਿਸੇ ਤਰ੍ਹਾਂ ਇਸ ਵਿਧਾ ਦੇ ਨਾਲ ਜੁੜਾਂ।
ਤੇ ਮੇਰੇ ਲਈ ਮੈਨੂੰ ਨਹੀਂ ਬਾਈ ਗॉड ਮੈਨੂੰ ਇਸ ਲਈ ਪਤਾ ਦਾ ਰੰਗਮੰਚ ਕੀ ਹੈ, ਕਿੱਦਾਂ ਹੁੰਦਾ, ਕਿੱਦਾਂ ਕਰੀਦਾ। ਹਾਲਾਂਕਿ ਸਾਡੇ ਸ਼ਹਿਰ 'ਚ ਹੁਣ ਬਾਅਦ ਜਾ ਕੇ ਤੁਹਾਡੇ ਥਰੂ ਪਤਾ ਲੱਗਾ ਵੀ ਭਾਜੀ ਗੁਰਸ਼ਰਨ ਸਿੰਘ ਦੀ ਕਿੱਡੀ ਵੱਡੀ ਦੇਣ ਹੈ, ਤੁਹਾਡੀ ਕਿੱਡੀ ਦੇਣ ਹੈ। ਸੋ ਉਸ ਤੋਂ ਬਾਅਦ ਫਿਰ ਮੈਂ ਰਫੀ ਸੁਸਾਇਟੀ ਜੁਆਇਨ ਕਰ ਲਈ ਇੱਥੇ ਰਾਣਾ ਜਸਪਾਲ ਹੁੰਦੇ ਸੀਗੇ, ਉਹਨਾਂ ਦਿਨਾਂ 'ਚ ਰਫੀ ਸੁਸਾਇਟੀ ਦਾ ਸਬੱਬ ਬਣ ਗਿਆ। ਉਹਨਾਂ ਦੇ ਨਾਲ ਮੈਂ ਫਿਰ ਗੱਲ ਕੀਤੀ ਵੀ ਇੱਦਾਂ ਤਾਂ ਮੈਂ ਥੋੜਾ ਜਿਹਾ ਮਿਊਜ਼ਿਕ ਸਿੱਖਣਾ ਚਾਹੁੰਦਾ, ਕਿਉਂਕਿ ਸੰਗੀਤ ਦੇ ਬਾਰੇ ਉਹ ਗਾ ਤੇ ਲੈਂਦਾ ਸੀ, ਨੌਲੇਜ ਕੋਈ ਨਹੀਂ ਸੀਗੀ ਟੈਕਨੀਕਲੀ ਕੀ ਹੈ ਕਿੱਦਾਂ। ਫਿਰ ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਇੱਕ ਜਿੱਦਾਂ ਹੋਰ ਸਿੱਖਣ ਦਾ ਮੇਰਾ ਦੌਰ ਸ਼ੁਰੂ ਹੋਇਆ, ਉਦੋਂ ਉਹਨਾਂ ਦਿਨਾਂ 'ਚ ਡਾਕਟਰ ਜਗਦੀਸ਼ ਸਚਦੇਵਾ ਉਹਨਾਂ ਦੇ ਸੰਪਰਕ 'ਚ ਆਇਆ, ਕਿਸੇ ਦੋਸਤ ਨੇ ਬੁਲਾਇਆ ਮੈਨੂੰ ਕਿ ਏਦਾਂ ਏਦਾਂ ਇਹ ਨਾਟਕ ਕਰਦੇ ਨੇ। ਤੇ ਮੈਂ ਇਹ ਵੀ ਖੁਸ਼ਕਿਸਮਤੀ ਹੈ ਵੀ ਉਹਨਾਂ ਦਿਨਾਂ 'ਚ ਵਿਰਸਾ ਵਿਹਾਰ ਵਾਲੀ ਜਗ੍ਹਾ ਤੇ ਓਪਨ ਏਅਰ ਥੀਏਟਰ ਹੁੰਦਾ ਸੀ, ਮੈਂ ਪਹਿਲੀ ਵਾਰੀ ਵੇਖਿਆ ਸੀ ਉਹ। ਹਾਂ ਬਿਲਕੁਲ। ਇਹ ਗੱਲ ਹੈਗੀ ਜੇ 96 ਦੀ। ਅੱਛਾ। 96 ਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਦਾ ਇਹ ਤਿਆਰੀ ਚੱਲ ਰਹੀ ਸੀ, ਮੈਨੂੰ ਲੈ ਕੇ ਜਿੱਦਾਂ ਦਾ ਪਹਿਲਾਂ ਤੇ ਰਸਨਾ ਬਹੁਤ ਕੀਤੀਆਂ, ਨਾਟਕ ਤੇ ਸੰਗੀਤ ਜੋ ਵੀ ਸੀਗਾ ਉਹਨਾਂ ਦਾ ਉਹ ਬਹੁਤ ਸਾਰਾ ਕੀਤਾ। ਤੇ ਮੇਰਾ ਜਿਹੜਾ ਰੰਗਮੰਚ ਦਾ ਉਹ ਅਜੇ ਮੈਨੂੰ ਉਹਨਾਂ ਸਮਝ ਨਹੀਂ ਸੀ ਲੱਗੀ ਰੰਗਮੰਚ ਹੈ ਕੀ ਹੈ, ਕਿਉਂਕਿ ਮੋਹਨ ਲਾਲ ਕੰਵਲ ਹੋਣਾ ਦਾ ਇੱਕ ਨਾਟਕ ਕੀਤਾ, ਉਸ ਤੋਂ ਬਾਅਦ ਸਚਦੇਵਾ ਸਾਹਿਬ ਨਾਲ ਮੈਂ ਨਾਟਕ ਕੀਤਾ ਜਿਹੜਾ ਟ੍ਰੇਨ ਟੂ ਪਾਕਿਸਤਾਨ 'ਚ ਐਂਟਰੀ ਹੋਈ। ਉੱਥੇ ਤੁਹਾਡੇ ਤੇ ਬਹੁਤ ਸਾਰੇ ਸਟੂਡੈਂਟ ਨੇ ਤੇ ਗੁਰਿੰਦਰ ਮੱਕਣਾ ਉੱਥੇ ਮੈਨੂੰ ਮਿਲਿਆ। ਗੁਰਿੰਦਰ ਮੱਕਣੇ ਨੇ ਉਹਦੇ ਵਿੱਚ ਛੋਟਾ ਜਿਹਾ ਰੋਲ ਕੀਤਾ ਸੀ ਉਸ ਨਾਟਕ ਦੇ ਵਿੱਚ। ਤੇ ਹਾਂਜੀ, ਇਹ ਮੈਂ ਇੱਕ ਥੋੜੀ ਜਿਹੀ ਇੱਕ ਹੋਰ ਮੈਨੂੰ ਗੱਲ ਯਾਦ ਆ ਰਹੀ ਹੈ ਕਿ ਗੁਰੂ ਨਾਨਕ ਭਵਨ ਜਦੋਂ ਇਹਨਾਂ ਨਾਟਕ ਦਾ ਸ਼ੋਅ ਹੋ ਕੇ ਹਟਿਆ ਤੇ ਹਰਦੀਪ ਗਿੱਲ ਮੈਨੂੰ ਪਹਿਲੀ ਵਾਰੀ ਉੱਥੇ ਮਿਲਿਆ ਸੀ। ਤੇ ਹਰਦੀਪ ਉਹਨਾਂ ਦਿਨਾਂ 'ਚ ਪਰਮਜੀਤ ਭਾਜੀ ਨੇ ਮੇਰੇ ਖਿਆਲ ਮੂਵ ਕਰ ਜਾਣਾ ਸੀ ਅਮਰੀਕਾ ਨੂੰ, ਮੈਨੂੰ ਉਦੋਂ ਪਤਾ ਲੱਗਾ। ਤੇ ਹਰਦੀਪ ਗਿੱਲ ਉਹਨਾਂ ਦਾ ਵਧੀਆ ਕਮੈਂਟ ਸੀ ਮੇਰੇ ਲਈ ਕਿ ਸਾਨੂੰ ਲੱਗਦਾ ਸੀਗਾ ਕਿ ਹੁਣ ਰੰਗਮੰਚ ਦੇ ਵਿੱਚ ਸੰਗੀਤ ਦੇ ਲਈ ਕੋਈ ਇੱਕ ਖਲਾ ਜਿਹਾ ਪੈਦਾ ਹੋ ਜਾਏਗਾ, ਪਰ ਲੱਗਦਾ ਕਿ ਇੱਕ ਪਰਮਜੀਤ ਭਾਜੀ ਇੱਕ ਹੋਰ ਆ ਗਏ ਸਾਡੇ ਕੋਲ। ਕਿਉਂਕਿ ਪਰਮਜੀਤ ਭਾਜੀ ਦੀ ਜਿੱਦਾਂ ਦੀ ਗਾਇਕੀ ਤੇ ਕਮਾਲ ਉਹਨਾਂ ਦੀ, ਪਰ ਉਹਨਾਂ ਦੀ ਸਿਹਤ ਤੇ ਮੇਰੀ ਸਿਹਤ ਇੱਕੋ ਜਿਹੀ ਸੀ। ਹਾਂ ਬਿਲਕੁਲ, ਹਾਂ ਸਹੀ ਗੱਲ ਹੈ। ਸਿਹਤ ਪੱਖੋਂ ਮੈਂ ਵੀ ਅੱਜ ਮੈਂ ਹੁਣ ਵੀ ਓਦਾਂ, ਭਾਜੀ ਹੁਣ ਵੀ ਓਦਾਂ ਦੁਬਲੇ ਪਤਲੇ ਆਪੋ ਬਣਾਉਂਦਾ ਕੁਦਰਤੀ ਹੈ। ਤੇ ਮੈਨੂੰ ਹਰਦੀਪ ਗਿੱਲ ਨੇ ਕਿਹਾ ਵੀ ਚਲੋ ਸਾਨੂੰ ਲੱਗਦਾ ਸੀਗਾ ਵੀ ਭਾਜੀ ਬਾਅਦ ਜਿੱਦਾਂ ਜਾ ਰਹੇ ਆ ਤੇ ਨਾਟਕ ਦੇ ਸੰਗੀਤ ਵਾਲਾ ਬੰਦਾ ਮੁਸ਼ਕਿਲ ਜਿਹਾ ਕੋ ਲੱਗਦਾ, ਪਰ ਲਗਭਗ ਤੈਨੂੰ ਜੀ ਆਇਆਂ ਨੂੰ। ਮੈਨੂੰ ਇਹ ਨਿਗਾਹ ਹਰਦੀਪ ਨੇ ਕਹਿ ਕੇ ਤੇ ਚਲਾ ਗਿਆ ਉਹ, ਤੇ ਮੈਨੂੰ ਨਹੀਂ ਸੀ, ਮੈਂ ਕੋਈ ਬੜਾ ਪਤਾ ਨਹੀਂ ਸੀਗਾ ਹਰਦੀਪ ਗਿੱਲ ਕੌਣ ਹੈ ਕਿੱਦਾਂ। ਫਿਰ ਗੁਰਿੰਦਰ ਮੱਕਣਾ ਮੈਨੂੰ ਤੁਹਾਡੇ ਕੋਲ ਲੈ ਕੇ ਆਇਆ। ਗੁਰਿੰਦਰ ਮੱਕਣੇ ਦਾ ਮੈਂ ਧੰਨਵਾਦ ਕਰਦਾ, ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਕਿ ਮੈਨੂੰ ਸਹੀ ਮੈਨੇ ਚ ਰੰਗਮੰਚ ਦਾ ਪਤਾ ਤੁਹਾਡੇ ਕੋਲ ਆ ਕੇ ਲੱਗਾ ਵੀ ਰੰਗਮੰਚ ਕਿੱਦਾਂ ਕਿਸ ਲੈਵਲ ਤੇ ਜਾ ਕੇ ਹੁੰਦਾ, ਕਿੱਦਾਂ ਦੂਸਰਾ ਰੰਗਮੰਚ ਕਿੱਦਾਂ ਦਾ, ਜਿੱਦਾਂ ਅਸੀਂ ਪੰਜਾਬ ਦਾ ਰੰਗਮੰਚ ਕੀਤਾ ਤੇ ਦੂਜੀਆਂ ਸਟੇਟਾਂ ਜਿੱਦਾਂ ਜੇ ਮੈਂ ਗਿਆ, ਮੈਂ ਹਿੰਦੁਸਤਾਨ ਫਿਰਿਆ, ਜੇ ਅਸੀਂ ਪਾਕਿਸਤਾਨ ਗਿਆ ਤੇ ਮੈਂ ਸਿਰਫ ਤੁਹਾਡੇ ਨਾਲ ਜਾ ਕੇ ਕੰਮ ਕੀਤਾ, ਬਹੁਤ ਸਾਰਾ ਕੰਮ ਕੀਤਾ। ਤੇ ਮਤਲਬ ਅਕਲ ਉਸ ਤੋਂ ਬਾਅਦ ਆਈ ਹੈ ਇਹੀ ਮੈਨੇ ਜਿਹੜਾ, ਕਿਉਂਕਿ ਮੈਂ ਤੇ ਕਿਉਂਕਿ ਘਰ ਚ ਕੋਈ ਏਦਾਂ ਦਾ ਮਾਹੌਲ ਨਹੀਂ ਸੀ, ਕੋਈ ਗਾਈਡ ਕਰਨ ਵਾਲਾ ਸੀ। 10 ਤੱਕ ਮੈਂ ਪੜ੍ਹ ਸਕਿਆ, ਇਸ ਤੋਂ ਬਾਅਦ ਪੜ੍ਹਿਆ ਹੀ ਨਹੀਂ। ਤੇ ਸ਼ੌਕ ਸੀ ਚੱਲ ਯਾਰ ਕੰਮ ਕਰਨਾ, ਤੇ ਮੈਨੂੰ ਪਤਾ ਨਹੀਂ ਸੀ ਮੈਂ ਇਸ ਲਾਈਨ ਚ ਹੋਇਆ ਤੇ ਮੈਂ ਹੋਰ ਫੜ ਲੈਂਦਾ ਥੋੜਾ ਜਿਹਾ। ਪਰ ਮੈਨੂੰ ਜੋ ਜ਼ਿੰਦਗੀ ਦੀ ਪੜ੍ਹਾਈ ਤੁਹਾਡੇ ਨਾਲ ਕੰਮ ਕਰਕੇ, ਤੁਹਾਡੇ ਨਾਲ ਜਾ ਕੇ ਆ ਕੇ ਪਤਾ ਲੱਗੀ ਹੈ, ਤੇ ਉਹ ਜਿਹੜੀ ਮੇਰੇ ਖਿਆਲ ਬੜੀ ਵੱਡੀ ਦੇਣ ਹੈ ਮੇਰੇ ਲਈ, ਤੁਹਾਡੇ ਵੱਲੋਂ ਮੇਰੇ ਲਈ ਬਹੁਤ ਵੱਡੀ। ਇਹ ਤੁਹਾਡੀ ਆਪਣੀ ਮਿਹਨਤ ਸੀ, ਤੁਸੀਂ ਖੁਦ ਬਹੁਤ ਮਿਹਨਤ ਕੀਤੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਕਿ ਜਿਵੇਂ ਤੁਸੀਂ ਸ਼ੁਰੂ 'ਚ ਮੈਨੂੰ ਯਾਦ ਹੈ ਪਹਿਲੀ ਵਾਰੀ ਸਾਡਾ ਨਾਟਕ ਪਿੰਜਰ ਸੀ ਜਿਹਦੇ ਵਿੱਚ ਤੁਸੀਂ ਮਿਊਜ਼ਿਕ ਕੀਤਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਫਿਰ ਕਈ ਪੜਾਅ ਆਏ, ਕਈ ਤਰ੍ਹਾਂ ਦੇ ਤੁਸੀਂ ਐਕਸਪੈਰੀਮੈਂਟ ਕੀਤੇ। ਮੈਨੂੰ ਯਾਦ ਹੈ ਜਿਹੜਾ ਲਾਲ ਬੱਤੀ 'ਚ ਤੁਸੀਂ ਗੀਤ ਬੋਲਦੇ ਸੀ ਨਾ, ਪੁੱਛਦੀ ਏ ਕੋਈ ਕੰਗੀ ਵਾਲਾਂ ਦੀਆਂ ਲਿਟਾਂ ਨੂੰ, ਅੱਜ ਗੱਜ ਰਹੇ ਹੋਏ ਨਾ, ਦੱਸਿਓ ਜ਼ਰਾ ਸਾਨੂੰ ਮਹਿਮਾਨ ਕੌਣ ਆਉਣਾ ਆਪਣੇ ਘਰਾਂ ਨੂੰ, ਹੈ ਨਾ। ਆਪਣੇ ਘਰਾਂ ਨੂੰ ਤੁਸੀਂ ਗਾਇਆ ਸੀ ਉਹ ਗੀਤ, ਉਹ ਕਮਾਲ ਸੀ। ਯਾਨੀ ਮੈਨੂੰ ਅੱਜ ਵੀ ਮੇਰੇ ਕੰਨਾਂ ਚੋਂ ਗੂੰਜਦਾ ਹੈ ਉਹ ਜਿਹੜਾ ਗੀਤ, ਉਹਦੇ ਲਾਲ ਬੱਤੀ ਵਿੱਚ ਉਸ ਤਰ੍ਹਾਂ ਗਾਇਆ ਯਾਨੀ ਗੀਤ। ਔਰ ਫਿਰ ਤੇ ਹਜ਼ਾਰਾਂ ਗੀਤ ਗਾਏ ਤੁਸੀਂ ਸਾਡੇ ਨਾਲ ਜਿਹੜੇ ਨਾਟਕਾਂ ਦੇ ਵਿੱਚ। ਮੈਨੂੰ ਇਸ ਗੱਲ ਦੀ ਬੜੀ ਇੱਕ ਖੁਸ਼ੀ ਹੋਈ ਤੁਹਾਡੇ ਕੋਲ ਸੁਣ ਕੇ ਕਿ ਤੁਸੀਂ ਮੋਹਨ ਲਾਲ ਕੰਵਲ ਦੇ ਨਾਲ ਕੰਮ ਕੀਤਾ। ਮੋਹਨ ਲਾਲ ਕੰਵਲ ਜਿਹੜੇ ਹੈ, ਮੈਂ ਜਦੋਂ ਪੰਜਾਬੀ ਰੰਗਮੰਚ ਦਾ ਇਤਿਹਾਸ ਲਿਖਿਆ ਤੇ ਉਹਦੇ ਵਿੱਚ ਇਹ ਪੂਰਾ ਜ਼ਿਕਰ ਆਉਂਦਾ ਹੈ ਕਿ ਮੋਹਨ ਲਾਲ ਕੰਵਲ ਸਾਡੇ ਪੰਜਾਬੀ ਰੰਗਮੰਚ ਦੇ ਜਿਹੜੀ ਸਭ ਤੋਂ ਪਹਿਲੀ ਪੀੜ੍ਹੀ ਦੇ ਅਦਾਕਾਰ ਸੀਗੇ,
ਉਹ ਉਹਨਾਂ ਚੋਂ ਸੀਗੇ, ਅੱਛਾ ਯਾਨੀ ਅੱਛਾ, ਐਸ ਵਾਹ। ਐਸ ਅੰਮੋਲ ਹੋਰਾਂ ਦੇ ਟਾਈਮ ਤੋਂ ਉਹ ਲੋਕ ਸੀਗੇ। ਔਰ ਉਹਨਾਂ ਨੇ ਫਿਰ ਉਹਨਾਂ ਤੋਂ ਲੈ ਕੇ ਸਾਡੇ ਨਾਲ, ਸਾਡੇ ਤੋਂ ਬਾਅਦ ਵਾਲੀ ਪੀੜ੍ਹੀ ਨਾਲ ਵੀ ਤੁਸੀਂ ਕੰਮ ਕੀਤਾ। ਸੋ ਲਗਭਗ ਤੁਸੀਂ ਇੱਕ ਕਿਸਮ ਦਾ 5 ਪੀੜ੍ਹੀਆਂ ਨਾਲ ਕੰਮ ਕੀਤਾ। ਤੁਸੀਂ ਇਹ ਦਾਅਵਾ ਕਰ ਸਕਦੇ ਹੋ ਕਿ ਮੈਂ ਪੰਜਾਬੀ ਰੰਗਮੰਚ ਦੀਆਂ 5 ਪੀੜ੍ਹੀਆਂ ਨਾਲ ਕੰਮ ਕੀਤਾ। ਵਾਹ ਵਾਹ ਭਾਜੀ, ਇਹ ਆਪਣੇ ਆਪ ਤੇ ਬੜੀ ਪ੍ਰਾਪਤੀ ਹੈ, ਵੱਡੀ ਜੀ ਗੱਲ ਜੀ ਹੈ। ਜੀ, ਬਿਲਕੁਲ ਮੇਰੇ ਲਈ ਬੜਾ ਹੋਰ ਵਧੀਆ ਕੰਪਲੀਮੈਂਟ। ਤੇ ਇੱਕ ਮੈਨੂੰ ਹੋਰ ਵਧੀਆ ਗੱਲ ਦੱਸੀ ਵੀ ਮੈਂ 5 ਪੀੜ੍ਹੀਆਂ ਨਾਲ ਕੰਮ ਕੀਤਾ। ਮੇਰਾ ਅਜੇ ਵੀ ਨਾ ਅਜੇ ਵੀ ਜੀ ਕਰਦਾ ਮੈਂ ਕੁਛ ਨਾ ਕੁਛ ਕਿਸੇ ਤਰ੍ਹਾਂ ਮੈਂ ਰੰਗਮੰਚ ਨਾਲ ਜੁੜਿਆ ਰਵਾਂ। ਤੇ ਜਿੱਦਾਂ ਆਪਾਂ ਤੁਹਾਡੇ ਨਾਲ ਪਹਿਲਾ ਨਾਟਕ ਮੈਨੂੰ ਯਾਦ ਹੈ, ਡਾਕਟਰ ਸਾਹਿਬ ਸਿੰਘ ਹੋਣਾ ਨੇ ਮੇਨ ਰੋਲ ਕੀਤਾ ਸੀ, ਤੇ ਉਹਨਾਂ ਨੇ ਸ਼ਾਇਦ ਲਿਖਿਆ ਸੀ, ਤੁਸੀਂ ਡਾਇਰੈਕਟ ਕੀਤਾ ਸੀ, ਨਾਟਸ਼ਾਲਾ ਤੁਸੀਂ ਰਿਹਰਸਲਾਂ ਕਰਦੇ ਸੀਗੇ, ਬਿਲਕੁਲ ਪਿੰਜਰ ਬਿਲਕੁਲ ਅੰਮ੍ਰਿਤਾ ਪ੍ਰੀਤਮ ਉਹ ਕੀਤਾ। ਉਸ ਤੋਂ ਬਾਅਦ ਜਿੱਦਾਂ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਕੰਮ ਕੀਤੇ। ਜਿਹੜਾ ਲਾਲ ਬੱਤੀ ਦੀ ਤੁਸੀਂ ਗੱਲ ਕੀਤੀ ਨਾ, ਲਾਲ ਬੱਤੀ ਦੇ ਜਿੱਦਾਂ ਸਾਡੇ ਮੰਨਤ ਕਿੱਥੇ ਬੈਠੀ ਆ, ਸਾਰੇ ਆਪੋ ਆਪਣੇ ਲੈਵਲ ਤੇ ਕਿਤੇ ਵਧੀਆ ਅੱਛਾ ਲੱਗਦਾ ਯਾਰ, ਅਸੀਂ ਸਾਰਿਆਂ ਨੇ ਇਕੱਠਿਆਂ ਨੇ ਕੰਮ ਕੀਤਾ। ਉਹਦੇ ਚ ਨਾ ਇੱਕ ਗਾਣਾ ਬੜਾ ਅੱਛਾ ਸੀਗਾ ਜਿਹੜਾ ਤੁਸੀਂ ਗਾਣਾ ਕੀਤਾ ਕੰਘੀ ਵਾਲਾ, ਇੱਕ ਗਾਣਾ ਜਿਹੜਾ ਮੈਨੂੰ ਅੱਜ ਵੀ ਨਹੀਂ ਭੁੱਲਦਾ। ਉਹ ਗਾਣਾ ਸੀਗਾ, ਤੂੰ ਚੰਗਾ ਰਹਿ ਸਿਰਫ ਮੁੰਦਰੀ ਗਵਾਚੀ, ਤੂੰ ਚੰਗਾ ਰਹਿ ਸਿਰਫ ਮੁੰਦਰੀ ਗਵਾਚੀ, ਸਾਡੀ ਤਾਂ ਇਸ ਥਾਂ ਤੇ ਜ਼ਿੰਦਗੀ ਗਵਾਚੀ, ਤੂੰ ਚੰਗਾ ਰਹਿ ਸਿਰਫ ਮੁੰਦਰੀ ਗਵਾਚੀ। ਸੋ ਮੈਨੂੰ ਲੱਗਦਾ ਵੀ ਜਿਹੜੀ ਉਹ ਮੁੰਦਰੀ, ਜਿਹੜੀ ਸਾਡੀ ਮੁੰਦਰੀ ਗਵਾਚੀ ਦੀ ਕੋਈ ਨਹੀਂ, ਜਿਹੜੀ ਜ਼ਿੰਦਗੀ ਗਵਾ ਕੇ ਅਸੀਂ ਜੋ ਕੁਛ ਲੱਭਿਆ, ਜੋ ਕੁਛ ਪਾਇਆ ਅੱਜ ਮੈਨੂੰ ਜਿੱਦਾਂ 91 ਤੋਂ ਲੈ ਕੇ ਅੱਜ ਤੱਕ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ 28 29 30 ਸਾਲ ਐਵੇਂ ਹੀ ਲੰਘੇ, ਪਰ ਇਸ 30 ਸਾਲ ਦਾ ਜਿਹੜਾ ਪੀਰੀਅਡ ਆ ਅੱਜ ਆਪਣੇ ਆਪ ਤੇ ਮਾਣ ਹੁੰਦਾ ਕਿ ਮੈਂ ਏਡੇ ਏਡੇ ਵੱਡੀਆਂ ਹਸਤੀਆਂ ਦੇ ਨਾਲ ਰਿਹਾ ਤੇ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਤੇ ਬਹੁਤ ਕੁਝ ਸਿੱਖਿਆ। ਬਿਲਕੁਲ। ਔਰ ਕਿਉਂਕਿ ਤੁਹਾਡੇ ਆਪਣੇ ਸਫ਼ਰ ਦੇ ਵਿੱਚ ਸੋ ਮੈਂ ਚਾਹਾਂਗਾ ਕੁਝ ਹੋਰ ਆਪਣੇ ਜਿਹੜੇ ਤੁਸੀਂ ਇਹ ਜਦੋਂ ਤੁਹਾਨੂੰ ਪਹਿਲੇ ਤੋਂ ਸ਼ੁਰੂ ਵਿੱਚ ਤੁਸੀਂ ਇਹ ਸੀ ਵੀ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਨਾਟਕਾਂ ਵਿੱਚ ਸਿਰਫ ਗਾ ਰਹੇ ਹੋ, ਵੀ ਗੀਤ ਗਾ ਰਹੇ ਹੋ, ਫਿਰ ਤੁਹਾਨੂੰ ਪਤਾ ਲੱਗਾ ਵੀ ਨਹੀਂ, ਇਹ ਥੀਏਟਰ ਮਿਊਜ਼ਿਕ ਹੈ ਨਾ, ਇਹਨੂੰ ਥੀਏਟਰ ਦਾ ਮਿਊਜ਼ਿਕ ਕਿਹਾ ਜਾਂਦਾ। ਇਹ ਵੱਖਰੀ ਵਿਧਾ ਹੈ, ਗਾਇਕੀ ਨਾਲੋਂ ਵੱਖਰੀ ਵਿਧਾ ਹੈ, ਵੀ ਜਿਹਦੇ ਵਿੱਚ ਲਫ਼ਜ਼ ਬੜੇ ਇੰਪੋਰਟੈਂਟ ਹੈ, ਗਾਇਕੀ ਇੰਪੋਰਟੈਂਟ ਹੈ, ਇਹਦੇ ਵਿੱਚ ਸਾਜ਼ ਉੱਪਰ ਨਹੀਂ ਜਾਣੇ, ਆਵਾਜ਼ ਲੋਕਾਂ ਤੱਕ ਜਾਵੇ, ਸ਼ਬਦ ਜ਼ਿਆਦਾ ਕਲੀਅਰ ਹੋਣ, ਉਹਦਾ ਫੀਲ ਜ਼ਿਆਦਾ ਹੋਵੇ, ਉਹ ਜਿਹੜਾ ਨਾਟਕ ਦਾ ਸੀਨ ਹੈ ਉਹਨੂੰ ਕਿਵੇਂ ਤੁਸੀਂ ਆਪਣੀ ਆਵਾਜ਼ ਰਾਹੀਂ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਹੈ ਨਾ, ਉਹ ਇੱਕ ਜਿਹੜਾ ਮਾਧਿਅਮ ਤੁਸੀਂ ਸਿੱਖਿਆ। ਮੈਂ ਚਾਹੁੰਦਾ ਉਹਦੇ ਬਾਰੇ, ਜਦੋਂ ਤੁਹਾਨੂੰ ਥੀਏਟਰ ਮਿਊਜ਼ਿਕ ਦੀ ਸਮਝ ਆਈ ਤੇ ਫਿਰ ਕਿਸ ਤਰ੍ਹਾਂ ਦਾ ਲੱਗਾ, ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਯੂਜ਼ ਕੀਤਾ, ਮੈਂ ਚਾਹੁੰਦਾ ਉਹਦੇ ਬਾਰੇ ਥੋੜੀ ਜਿਹੀ ਗੱਲ ਕਰੋ। ਹਾਂ ਬਿਲਕੁਲ ਬਿਲਕੁਲ, ਜਿਹੜੀ ਆ ਤੁਸੀਂ ਵਧੀਆ ਮੈਨੂੰ ਯਾਦ ਕਰਵਾਤੀ ਹੈ ਗੱਲ, ਕਿਉਂਕਿ ਮੈਂ ਜਦੋਂ ਨਵਾਂ ਆਪਾਂ ਪਿੰਜਰ ਦੇ ਵਿੱਚ ਮੈਂ ਤੁਹਾਡੇ ਨਾਲ ਜੁੜਿਆ ਸੀ, ਪਿੰਜਰ 'ਚ ਕੰਮ ਕੀਤਾ। ਪਿੰਜਰ 'ਚ ਨਾ ਕਿਉਂਕਿ ਮੈਨੂੰ ਉਦੋਂ ਸਮਝ ਨਹੀਂ ਥੀਏਟਰ ਮਿਊਜ਼ਿਕ ਕੀ ਹੁੰਦਾ, ਤੁਸੀਂ ਮੈਨੂੰ ਕਈ ਵਾਰੀ ਟੋਕਣਾ ਵੀ ਯਾਰ ਗਾਣਾ ਨਹੀਂ ਗਾਉਣਾ, ਆਪਾਂ ਨਾਟਕ ਦੇ ਹਿਸਾਬ ਨਾਲ ਚੱਲਣਾ, ਨਾਟਕ ਨੂੰ ਕੀ ਚਾਹੀਦਾ, ਨਾਟਕ ਨੂੰ ਕਿੰਨਾ ਗਾਇਕੀ ਚਾਹੀਦੀ ਹੈ, ਜੇ ਆਲਾਪ ਦੀ ਲੋੜ ਤੇ ਲੈਣਾ, ਨਹੀਂ ਤੇ ਨਹੀਂ ਲੈਣਾ। ਸੋ ਉਹ ਚੀਜ਼ਾਂ ਜਿਹੜੀਆਂ ਨੇ ਵਾਕਈ ਇੰਪੋਰਟੈਂਟ ਹੈ, ਕਿਉਂਕਿ ਮੈਂ ਤੁਹਾਡੇ ਨਾਲ ਰਹਿ ਕੇ ਵੀ ਸਿੱਖੀ, ਸਕ੍ਰਿਪਟ ਨੂੰ ਪੜ੍ਹਿਆ ਮੈਂ ਪਹਿਲਾਂ, ਤੁਸੀਂ ਮੈਨੂੰ ਸਕ੍ਰਿਪਟ ਸਾਰੀ ਫੜਾ ਦਿੰਦੇ ਹੁੰਦੇ ਸੀ, ਯਾਰ ਲੈ ਜਾ, ਉਸ ਸਕ੍ਰਿਪਟ ਨੂੰ ਜਦੋਂ ਪੜ੍ਹ ਲੈਣਾ, ਉਹਦੇ ਨਾਲ ਅਸੀਂ ਰਿਹਰਸਲ ਕਰਨੀ। ਉਹ ਮੈਨੂੰ ਲੱਗਦਾ ਸੀਗਾ ਉਹ ਰਸ਼ੀਦਾ ਸਾਹਿਬ ਸਿੰਘ ਹੋਣੀ ਨਹੀਂ ਸੀਗਾ ਰੋਲ, ਜੋ ਉਹਨਾਂ ਰਸ਼ੀਦੇ ਦਾ ਰੋਲ ਸੀ ਸ਼ਾਇਦ ਉਹਨਾਂ ਦਾ, ਹਾਂ ਬਿਲਕੁਲ, ਰਸ਼ੀਦਾ ਪਿੰਜਰ ਦੇ ਵਿੱਚ। ਹਾਂ ਉਹ ਮੈਨੂੰ ਲੱਗਦਾ ਸੀ ਰਸ਼ੀਦੇ ਨਾਲ ਹੀ ਜੋ ਹੋ ਰਿਹਾ, ਜੋ ਮੇਰੇ ਨਾਲ ਹੋ ਰਿਹਾ, ਉਹ ਮੈਨੂੰ ਲੱਗਦਾ ਸੀ ਨਾ ਢੋਲਕੀ ਹੈ ਵੀ ਚਾਹੀਦੀ ਹੈ, ਨਾ ਹਾਰਮੋਨੀਅਮ ਹੈ ਵੀ ਚਾਹੀਦਾ। ਅਸਲ ਰਸ਼ੀਦੇ ਦੀ ਪ੍ਰੋਬਲਮ ਕੀ ਹੈ, ਆਪਾਂ ਉਸ ਚੀਜ਼ ਨੂੰ, ਸੰਗੀਤ ਦਾ ਮਕਸਦ ਇਹ ਸੀ ਕਿ ਇੱਕ ਜਗ੍ਹਾ ਤੋਂ ਲੜੀ ਨੂੰ ਟੁੱਟਣ ਨਹੀਂ ਦੇਣਾ, ਉਹਦੇ ਨਾਲ ਹੀ ਮੈਚ ਕਰਕੇ ਅੱਗੇ ਜਾਵੇ, ਉਨੀ ਕੀ ਗੱਲ ਕਰਨੀ ਜਿੰਨੀ ਕੀ ਲੋੜ ਆ। ਸੋ ਇਹ ਚੀਜ਼ਾਂ ਮੈਂ ਬਹੁਤ ਸਾਰੀਆਂ ਕੰਮ ਕਰਕੇ ਤੁਹਾਡੇ ਨਾਲ ਰਹਿ ਕੇ ਇੰਨਾ ਕੁ ਜ਼ਿਆਦਾ ਸਿੱਖਿਆ। ਮੈਨੂੰ ਇੱਕ ਨਾ ਐਸੇ ਗੱਲ ਤੋਂ ਗੱਲ ਯਾਦ ਆ ਗਈ, ਆਪਾਂ ਜਦੋਂ ਭਾਜੀ ਉਹ ਸਪਰਿੰਗ ਡੇ 'ਚ ਨਾਟਕ ਕੀਤਾ ਸੀਗਾ, ਇਹ ਵਾਲਾ ਸਰਕਾਰ ਇੱਕ ਆਪਣਾ ਉਹ ਮੋਹਰਾ ਸਰਕਾਰ, ਮੋਹਰਾ ਸਰਕਾਰ ਦੇ ਵਿੱਚ ਮਨਵੀਨ ਮੈਡਮ ਸੀਗੇ, ਸੰਧੂ ਸਾਹਿਬ, ਉਹ ਡੇਲੀ ਰਿਹਰਸਲ ਦੇਖਣ ਆਉਣਾ, ਅਸੀਂ ਸਾਰੇ, ਚਲੋ ਅਸੀਂ ਵੀ, ਮੈਂ ਵੀ ਤਾਂ ਆਪਾਂ ਇਕੱਠੇ ਸਾਂ। ਤੇ ਉੱਥੇ ਉਹਨਾਂ ਨੇ ਇੱਕ ਵਾਰੀ ਆ ਕੇ ਤੁਹਾਨੂੰ ਕਿਹਾ ਵੀ ਨਾ ਉਹ ਜਿਹੜੀ ਸੈਦਾ ਬੇਗਮ ਸਿੰਗਰ ਜਿਹੜੀ ਆਪਣੀ ਕਿੱਦਾਂ ਅੱਛਾ ਗਾਉਂਦੀ ਉਹ, ਤੇ ਸੈਦਾ ਬੇਗਮ ਹੋਣੀ ਇੱਕ ਵਾਰੀ ਉਹਨਾਂ ਨੇ ਕਿਹਾ ਜੀ ਬੜੇ ਵੱਡੇ ਸਿੰਗਰ ਨੇ, ਤੇ ਮੈਂ ਚਾਹੁੰਦੀ ਵੀ ਇੱਕ ਦੀ ਚੀਜ਼ ਨਾਟਕ 'ਚ ਇਹ ਵੀ ਗਾਣ, ਮਤਲਬ ਇਹਨਾਂ ਦਾ ਆਪਣਾ ਰੰਗ ਹੈ, ਸੂਫੀ ਦਾ ਰੰਗ ਹੈ। ਸੋ ਅਸੀਂ ਉਹ ਕਾਫੀ ਦਿਨ ਤੋਂ ਰਿਹਰਸਲ ਕਰ ਚੁੱਕੇ ਸੀ, ਮੋਹਰਾ ਕੀਨ ਮੇਨ ਸੀਗੀ, ਮੈਨੂੰ ਪਤਾ ਸੀ ਮੈਂ ਇੰਨਾ ਕੀ ਅਲਾਪ ਲੈਣਾ ਤੋਂ ਅੱਗੇ ਮੈਂ ਜਾਣਾ ਹੀ ਨਹੀਂ, ਤੇ ਆਪਾਂ ਉੱਥੇ ਕਰਕੇ ਮੋਹਰਾ ਕੀਨ ਦਾ ਸੀਗਾ, ਇਸ ਤੋਂ ਬਾਅਦ ਇਹਨੇ ਇਮੀਡੀਏਟਲੀ ਚੁੱਕ ਲੈਣਾ। ਹੁਣ ਉੱਥੇ ਹੋਇਆ ਕੀ ਕਿ ਮੇਰੇ ਲਾਗੇ ਉਹਨਾਂ ਨੇ ਬਿਠਾ ਦਿੱਤਾ ਸੈਦਾ ਬੇਗਮ ਹੋਣਾ ਨੂੰ, ਤੇ ਮਨਵੀਰ ਮੈਡਮ ਕਹਿੰਦੇ ਤੁਸੀਂ ਚੁੱਕੋ ਜੀ ਅਲਾਪ,
ਉਹ ਮੈਨੂੰ ਯਾਦ ਨਹੀਂ ਆ ਰਹੀ, ਕਾਫੀ ਸੀ, ਬੜੀ ਅੱਛੀ ਬੋਲੇ ਸ਼ਾਹ ਉਹਨਾਂ ਦੀ। ਤੇ ਉੱਥੇ ਮੈਨੂੰ ਉਹਨਾਂ ਨੇ ਇੱਕ ਅਲਾਪ, ਸਿਰਫ ਅਲਾਪ ਦੇਣਾ ਸੀ ਤੇ ਮੈਂ ਕੋਈ ਗਾਣਾ ਚੁੱਕਣਾ ਸੀ। ਤੁਸੀਂ ਇੰਨਾ ਹਾਸੋ ਜੀ ਸਥਿਤੀ ਬਣ ਗਈ ਉੱਥੇ। ਹਾਲਾਂਕਿ ਉਹ ਬਹੁਤ ਵਧੀਆ ਗਾਉਂਦੇ ਨੇ ਸੈਦਾ ਬੇਗਮ ਹੋਣੀ, ਪਰ ਉਹਨਾਂ ਨੇ ਐਸੇ ਅਲਾਪ, ਐਸੇ ਵਰਲਾਪ ਹੋ ਗਏ ਕਿ ਬੋਰਾ ਕੀ ਸਾਰੇ ਚੁੱਪ ਕਰਕੇ, ਤੁਸੀਂ ਵੀ, ਮਨਵੀਰ ਮੈਡਮ ਵੀ ਸਾਰੇ ਚੁੱਪ, ਅਸੀਂ ਸਾਰੇ ਨਾਟਕ ਤੋਂ ਹਟ ਕੇ ਤੇ ਸੈਦਾ ਬੇਗਮ ਹੋਣਾ ਸੁਣਨ ਲੱਗ ਪਏ। ਤੇ ਉਦੋਂ ਸਾਡਾ ਸਾਰਿਆਂ ਦਾ ਹੋਇਆ ਵੀ ਲੱਗਾ, ਮਨਵੀਰ ਮੈਡਮ ਨੇ ਮਹਿਸੂਸ ਕੀਤੀ ਯਾਰ ਇਹ ਨਾਟਕ ਦੇ ਵਿੱਚ ਫਿੱਟ ਨਹੀਂ ਗਏ, ਕਿਉਂਕਿ ਇਹ ਨਾਟਕ ਦਾ ਸੰਗੀਤ ਨਹੀਂ ਸੀਗਾ, ਉਹ ਨਾਟਕ ਦਾ ਸੰਗੀਤ ਨਹੀਂ ਸੀ ਕਰ ਰਹੇ, ਉਹ ਗਾਇਕੀ ਵਿਖਾ ਰਹੇ ਸੀ ਆਪਣੀ। ਤੇ ਉਹ ਮੈਨੂੰ ਉਦੋਂ, ਉਸ ਤੋਂ ਬਾਅਦ ਫਿਰ ਉਹ ਬੜੇ ਪਿਆਰ ਨਾਲ ਮਨਵੀਰ ਮੈਡਮ ਉਹਨਾਂ ਨੂੰ ਕਿ ਮੈਡਮ ਸੈਦਾ ਬੇਗਮ ਉਹਨਾਂ ਨੂੰ ਬਿਨਾਂ ਦੱਸਿਓ ਸਾਡੇ ਵਿੱਚੋਂ ਉਠਾ ਕੇ ਵੀ ਉਹਨਾਂ ਨੇ ਆਪੇ ਹੀ ਖੜਿਆ, ਕਿਉਂਕਿ ਇਸ ਗੱਲ ਨੂੰ ਮਨਵੀਰ ਮੈਡਮ ਉਹਨਾਂ ਨੇ ਮਹਿਸੂਸ ਕੀਤਾ। ਆਪਾਂ ਤਾਂ ਸਾਰਾ ਕੀਤਾ ਹੀ ਕੀਤਾ ਯਾਰ ਇਹ ਕੰਮ ਖਰਾਬ ਹੋ ਗਿਆ। ਤੇ ਉਹ ਜਦੋਂ ਲੈ ਗਏ, ਚਲੇ ਗਏ, ਤੇ ਇੱਕ ਮੈਨੂੰ ਇਹਨਾਂ ਯਾਦ ਆ ਦਰਵਾਜ਼ੇ ਦਰੂਜੇ ਬੰਦ ਹੋ ਗਏ ਤੇ ਇੱਕ ਏਡਾ ਜ਼ੋਰ ਦੀ ਲਾਫਟਰ ਆਇਆ ਸਾਡਾ ਸਾਰਿਆਂ ਦਾ। ਤੇ ਉਹ ਬੁਰਾ ਕੀ ਵੀ ਹੱਸੀ ਜਾਵੇ, ਪਾਲੀ ਵੀ ਹੱਸੀ ਜਾਵੇ, ਤੁਸੀਂ ਮੇਰਾ ਵੀ ਯਾਰ ਹੋ ਕੀ ਸੀਨ ਕਿੱਧਰ ਸੇ ਕਿੱਧਰ ਚਲਾ ਗਿਆ। ਉਹ ਮਤਲਬ ਸੋ ਕਹਿਣ ਦਾ ਮਕਸਦ ਇਹ ਨਾਟਕ ਦਾ ਜਿਹੜਾ ਸੰਗੀਤ ਹੈ ਉਹ ਫਿਲਮ ਸੰਗੀਤ, ਸਾਡੀ ਐਲਬਮ ਦੇ ਸੰਗੀਤ, ਸਾਡੇ ਹੋਰ ਜਿੰਨੀਆਂ ਵੀ ਸੰਗੀਤ ਦੀਆਂ ਵਿਧਾਵਾਂ ਨੇ ਉਹ ਸਾਰਿਆਂ ਨੂੰ ਵੱਖਰਾ ਹੈ। ਇਹ ਕਿਉਂਕਿ ਉਹਦੇ ਵਿੱਚ ਜੇ ਹੁਣ ਮੈਂ ਥੋੜੀ ਜਿਹੀ ਉਹ ਜੇ ਮੋਰਾ ਸਰਕਾਰ ਕੁਛ ਕਿਸੇ ਸਾਹਮਣੇ ਪੇਸ਼ ਕਰ ਰਹੀ ਹੈ, ਆਪਣਾ ਅੰਦਾਜ਼ ਡਾਂਸ ਪੇਸ਼ ਕਰ ਰਹੀ ਹੈ ਜਾਂ ਕੁਛ ਕਹਿ ਰਹੀ ਹੈ, ਮੈਨੂੰ ਉਹਦੇ ਹਿਸਾਬ ਨਾਲ ਹੀ ਚੱਲਣਾ ਪੈਣਾ, ਨਾ ਕਿ ਮੈਂ ਮੈਂ ਆਪਣੇ ਦੋ ਸ਼ੇਰ ਹੋਰ ਬੋਲ ਦਵਾਂ, ਦੋ ਅਲਾਪ ਹੋਰ ਲੈ ਲਵਾਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਕਰ ਕਰਕੇ ਗੱਲ ਫਿਰ ਉੱਥੇ ਅਸੀਂ ਤੁਹਾਡੇ ਨਾਲ ਕੀਤਾ ਤੇ ਭਾਜੀ ਸਿੱਖਿਆ ਸਾਰਾ। ਬਿਲਕੁਲ। ਮੈਂ ਸੋਚ ਚਾਹਾਂਗਾ ਕੁਝ ਜਿਹੜੇ ਤੁਸੀਂ ਹੋਰ ਵੱਖਰੇ ਰੰਗ ਕੁਝ ਪੇਸ਼ ਕੀਤੇ ਆ, ਜਿਹੜੇ ਤੁਹਾਨੂੰ ਲੱਗਦਾ ਕਿ ਮੇਰੇ ਥੀਏਟਰ ਦੇ ਮਿਊਜ਼ਿਕ ਦੇ ਵਿੱਚ ਕਿਸੇ ਹੋਰ ਵੀ ਨਾਟਕਾਂ, ਤੁਸੀਂ ਬਹੁਤ ਸਾਰੇ ਨਿਰਦੇਸ਼ਕਾਂ ਨਾਲ ਕੰਮ ਕੀਤਾ, ਕਿਸੇ ਹੋਰ ਨਿਰਦੇਸ਼ਕ ਦੇ ਨਾਲ ਕੀਤਾ ਹੋਇਆ ਕੰਮ ਵੀ ਤੁਸੀਂ ਕੁਝ ਬੋਲਣਾ ਚਾਹੋ, ਦੱਸਣਾ ਚਾਹੋ ਵੀ ਇਹ ਮੈਂ ਸੀਨ ਦੇ ਵਿੱਚ ਇਸ ਤਰ੍ਹਾਂ ਗਾਇਆ ਸੀ ਤੇ ਇਹ ਸੀਨ ਅਸੀਂ ਤਾਂ ਦੇਖਿਆ ਵੀ ਉਹਨੂੰ 4 ਚੰਨ ਲੱਗ ਗਏ, ਵੀ ਉਹ ਅੱਗੋਂ ਹੋਰ ਨਿਖਰ ਆਇਆ ਸੀਨ, ਹੈ ਨਾ। ਤੇ ਬਹੁਤ ਸਾਰੇ ਨਾਟਕਾਂ ਦਾ ਮੈਨੂੰ ਯਾਦ ਹੈ ਕਿ ਤੁਹਾਡੇ ਕੋਲੋਂ ਰਿਕਾਰਡਿੰਗ ਕਰਵਾ ਕੇ ਲੈ ਜਾਂਦੇ ਜਿੱਥੇ ਤੁਸੀਂ ਆਪ ਨਹੀਂ ਜਾ ਸਕਦੇ, ਤੇ ਜਿਵੇਂ ਚੰਡੀਗੜ੍ਹ ਤੋਂ ਡਾਕਟਰ ਸਾਹਿਬ ਸਿੰਘ ਆਪਣੇ ਨਾਟਕਾਂ ਦਾ ਸੰਗੀਤ ਰਿਕਾਰਡ ਕਰਵਾ ਕੇ ਲੈ ਜਾਂਦਾ, ਦਵਿੰਦਰ ਦਮਨ ਹੋਰਾਂ ਦੇ ਨਾਟਕਾਂ ਦਾ, ਉਹਨਾਂ ਦੀ ਫਿਲਮ ਦਾ ਸੰਗੀਤ, ਤੁਸੀਂ ਨਵਨਿੰਦਰਾ ਬਹਿਲ ਹੋਰਾਂ ਦੇ ਨਾਟਕ ਸਾਡਾ ਜੱਗੋ ਸੀਰ ਮੁੱਕਿਆ, ਜਦੋਂ ਮੈਂ ਉਹ ਡਿਜ਼ਾਈਨ ਕਰ ਰਿਹਾ ਸੀ ਤੇ ਤੁਸੀਂ ਉਹਦਾ ਮਿਊਜ਼ਿਕ ਵੀ ਨਾਲ ਕੀਤਾ ਸੀ। ਸੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਤੁਸੀਂ ਕੰਮ ਕੀਤੇ ਹੋਏ ਆ, ਤਾਂ ਮੈਂ ਚਾਹੁੰਦਾ ਕੁਝ ਹੋਰ ਵੀ ਤੁਸੀਂ ਕੋਈ ਐਗਜ਼ਾਮਪਲ ਦੇ ਤੌਰ ਤੇ ਕੋਈ ਦੱਸਣਾ ਚਾਹੋ ਤੇ ਜ਼ਰੂਰ ਦੱਸੋ। ਨਹੀਂ, ਮੈਂ ਨਾ ਬਿਲਕੁਲ ਇਹ ਗੱਲ ਜਿਹੜੀ ਮੈਂ ਕਰਨਾ ਹੀ ਚਾਹੁੰਦਾ ਸੀਗਾ, ਕਿਉਂਕਿ ਤੁਹਾਡੇ ਨਾਲ ਵੀ ਕੰਮ ਕੀਤਾ, ਤੁਹਾਡੇ ਨਾਲ ਕੰਮ ਵੀ ਹੁੰਦਾ ਮੇਰਾ ਵੇਖ ਕੇ, ਜਿੱਦਾਂ ਡਾਕਟਰ ਸਾਹਿਬ ਸਿੰਘ ਹੋਣਾ ਨੇ ਬਹੁਤ ਸਾਰੇ ਨਾਟਕ ਕੀਤੇ, ਦਵਿੰਦਰ ਦਮਨ ਅੰਕਲ ਨਾਲ ਕੰਮ ਕੀਤਾ, ਨਵਨਿੰਦਰਾ ਬਹਿਲ ਜੀ ਨਾਲ ਕੰਮ ਕੀਤਾ, ਜਾਂ ਹੋਰ ਜਿੰਨੇ ਵੀ ਆਪਣੇ ਨਰਿੰਦਰ ਸਾਂਘੀ ਹੈ, ਮੰਚਪ੍ਰੀਤ, ਇਹਨਾਂ ਸਾਰਿਆਂ ਨਾਲ ਲਾਸਟ ਜਿਹੜਾ ਨਾਟਕ ਮੇਰੇ ਕੋਲ ਹੁਣ ਵੀ ਮਾਸਟਰ ਕੁਲਜੀਤ ਨੂੰ ਰਿਕਾਰਡ ਕਰਕੇ ਉਹਨਾਂ ਨੇ ਖੜਿਆ। ਤੇ ਜਿਹੜਾ ਇੱਕ ਤੇ ਰਿਕਾਰਡਿੰਗ ਦਾ ਤੇ ਹੁੰਦਾ ਵੀ, ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਵੀ ਡਾਕਟਰ ਸਾਹਿਬ ਸਿੰਘ ਹੋਣਾ ਜਿੰਨੀ ਵੀ ਮਿਊਜ਼ਿਕ ਹੋਇਆ ਉਹਨਾਂ ਨੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ। ਸਿਫਤ ਉਹਨਾਂ ਦੀ ਯਾਰ ਅੱਛਾ ਠੀਕ ਹੈ, ਪੂਰਾ ਠੀਕ ਹੈ, ਓਕੇ। ਤੇ ਮੈਨੂੰ ਲੱਗਦਾ ਜਿਹੜਾ ਭਾਜੀ ਆਪਾਂ ਜਦੋਂ ਰਿਕਾਰਡਿੰਗ ਹੁੰਦਾ ਵੀ ਰਿਕਾਰਡ ਕਰਕੇ ਫਿਕਸ ਹੋ ਗਿਆ, ਜੋ ਹੈ ਹਰ ਵਾਰੀ ਏਦਾਂ ਹੀ ਹੋਣਾ। ਜਦੋਂ ਆਪਾਂ ਲਾਈਵ ਮਿਊਜ਼ਿਕ ਚ ਬਹਿੰਦੇ ਹਾਂ ਨਾ, ਜਦੋਂ ਆਪਾਂ ਉਹਦੇ ਨਾਲ ਦੀ ਰੀਸ ਕਿਤੇ ਨਹੀਂ ਹੋ ਸਕਦੀ। ਲਾਈਵ ਸੰਗੀਤ ਜਿਹੜਾ ਜੋ ਇੱਕ ਉਹ ਬੇਸਿਕਲੀ ਜੀਂਦਾ ਜਾਗਦਾ ਹੋ ਰਿਹਾ ਸਾਰਾ ਕੁਛ ਤੁਹਾਡੇ ਸਾਹਮਣੇ, ਕਰੈਕਟਰ ਵੀ ਜਿਉਂਦਾ ਜਾਗਦਾ, ਹਾਂ, ਤੇ ਮੈਂ ਉਹਦੇ ਨਾਲ ਮੈਂ ਵੀ ਜਿਉਂਦਾ ਜਾਗਦਾ। ਬਿਲਕੁਲ, ਮੈਂ ਸਮਝਦਾ ਕਿ ਜਿਹੜਾ ਸੰਗੀਤ ਹੁੰਦਾ ਨਾ, ਇਹ ਵੀ ਇੱਕ ਕਰੈਕਟਰ ਹੁੰਦਾ ਹੈ, ਇਹ ਵੀ ਇੱਕ ਪਾਤਰ ਹੁੰਦਾ ਹੈ। ਸੰਗੀਤ ਵੀ ਨਾਟਕ ਦੇ ਵਿੱਚ ਇੱਕ ਪਾਤਰ ਹੁੰਦਾ ਹੈ। ਜਿਸ ਤਰ੍ਹਾਂ ਨਾਟਕ ਦੇ ਵਿੱਚ ਕੋਈ ਐਕਟਰ ਜਿਹੜਾ ਵਾ ਉਹ ਹਰ ਸ਼ੋਅ ਦੇ ਵਿੱਚ ਆਪਣੇ ਆਪ ਨੂੰ ਬਦਲ ਲੈਂਦਾ ਹੈ, ਕਦੀ ਚੰਗਾ ਕਰਦਾ ਹੈ, ਕਦੀ ਮਾੜਾ ਕਰਦਾ ਹੈ ਨਾ। ਇਸੇ ਤਰ੍ਹਾਂ ਮੈਂ ਸਮਝਦਾ ਕਿ ਜਿਹੜਾ ਸੰਗੀਤ ਹੈ ਉਹ ਵੀ ਇੱਕ ਪਾਤਰ ਹੁੰਦਾ, ਇੱਕ ਐਕਟਰ ਹੁੰਦਾ ਵਾ, ਔਰ ਉਹ ਵੀ ਹਰ ਵਾਰੀ ਆਪਣੇ ਆਪ ਨੂੰ ਹਰ ਸ਼ੋਅ ਦੇ ਵਿੱਚ ਕੁਝ ਨਵਾਂ ਪੇਸ਼ ਕਰਦਾ ਹੈ। ਇੱਕ ਇਹਦੇ ਚ ਜਿਹੜੀ ਤੁਸੀਂ ਆ ਪਾਤਰ ਵਾਲੀ ਗੱਲ ਕੀਤੀ ਨਾ, ਸੰਗੀਤ ਇੱਕ ਪਾਤਰ, ਮੈਨੂੰ ਲੱਗਦਾ ਸੰਗੀਤ ਇੱਕ ਪਾਤਰ ਨਹੀਂ ਹੁੰਦਾ। ਜੇ ਸੰਗੀਤ ਆਪਾਂ ਸਾਡੇ ਕੋਲ ਮੰਚ ਤੇ 10 ਕਰੈਕਟਰ ਨੇ, 10 ਪਾਤਰ ਨੇ, ਸੰਗੀਤ ਨੂੰ 10 ਪਾਤਰਾਂ ਦੇ ਨਾਲ ਘੁੰਮਣਾ ਪੈਂਦਾ ਉਹਨੂੰ। ਮੈਨੂੰ ਲੱਗਦਾ ਹੈ ਨਾ, ਮੈਨੂੰ ਜੇ ਮੰਨ ਲਓ ਮੈਂ ਹੁਣ ਇੱਕ ਹੀਰੋ ਦੇ ਨਾਲ ਕੋਈ ਉਹਦੇ ਲਈ ਗੱਲ ਕਰ ਰਿਹਾ, ਤੇ ਮੈਂ ਜੇ ਕੋਈ ਸੈਡਨੈਸ ਆ ਗਈ ਆ, ਕੋਈ ਬਜ਼ੁਰਗ ਦਾ ਕੋਈ ਗੱਲ ਹੈ, ਉਹਦੀ ਉਸ ਗੱਲ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਮੈਨੂੰ ਉਸ ਪਾਤਰ ਨਾਲ ਵੀ ਜੁੜਨਾ ਪੈਣਾ। ਇਹ ਲੱਗਦਾ
ਲਾਈਵ ਸੰਗੀਤ ਜਦੋਂ ਆਪਾਂ ਕਰਦੇ ਆ ਉਹਦੇ ਨਾਲ ਦੀ ਰੀਚ ਕਿਤੇ ਵੀ ਨਹੀਂ ਹੁੰਦੀ ਜੋ ਲਾਈਵ ਸੰਗੀਤ ਦੇ ਵਿੱਚ ਅਸੀਂ ਵੱਧ ਤੋਂ ਵੱਧ ਸੰਭਾਵਨਾਵਾਂ ਨੇ ਸਾਡੇ ਕੋਲ ਕਰਨ ਦੀਆਂ। ਕਿਸੇ ਵੇਲੇ ਬੜਾ ਕੁਝ ਹੋ ਜਾਂਦਾ, ਆਪਾਂ ਕਰਦੇ ਵੀ ਏਦਾਂ ਦਾ ਬੜਾ ਕੁਝ। ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਵਾਰੀ ਅਸੀਂ ਲਵਲੀ ਯੂਨੀਵਰਸਿਟੀ 'ਚ ਨਾਟਕ ਕਰਨ ਗਏ ਸੀ। ਹਾਂ ਹਾਂ, ਉਹ ਨਾਟਕ ਸੀਗਾ ਸ਼ਾਇਦ ਯਾਤਰਾ ਨਹੀਂ ਭਾਜੀ, ਮੈਂ ਪੰਜਾਬ ਬੋਲਦਾ ਹਾਂ। ਮੈਂ ਪੰਜਾਬ ਬੋਲਦਾ ਹਾਂ। ਹਾਂ, ਉਹਦੇ 'ਚ ਗੱਲ ਤੇ ਹਾਸੇ ਵਾਲੀ ਹੈ, ਪਰ ਉਹ ਲਾਈਵ ਸੰਗੀਤ ਦੀ ਗੱਲ ਕਰਦਾ। ਲਾਈਵ ਸੰਗੀਤ ਦਾ ਫਾਇਦੇ ਵੀ ਕੀ ਹੁੰਦੇ ਨੇ, ਜਿੱਦਾਂ ਉਹ ਉੱਥੇ ਹੰਸਰਾਜ ਹੋਣੀ ਚੀਫ ਗੈਸਟ ਸੀਗੇ। ਹਾਂ ਹੰਸਰਾਜ ਚੀਫ ਗੈਸਟ ਸੀਗੇ। ਤੇ ਗੱਲ ਇਹ ਹੋਈ ਸੀ ਆਦਾ ਕਿ ਇੱਕ ਮੁੰਡਾ ਸੀਗਾ, ਜਿੱਦਾਂ ਤੁਸੀਂ ਕਹਿੰਦੇ ਪਲਸਤਰ ਹੀ ਹੈ ਸਾਡੇ ਦੀ, ਕੋਈ ਕਰ ਲਿਆ। ਉਹ ਪਤਾ ਮੈਨੂੰ ਨਾਂ ਨਹੀਂ ਪਤਾ ਕੌਣ ਸੀਗਾ ਉਹ, ਪਰ ਉਹਨੂੰ ਮੈਂ ਕਿਹਾ ਸੀ ਜੇ ਤੈਨੂੰ ਗੱਲ ਭੁੱਲੇਗੀ ਮੈਂ ਲਾਈਨ ਗਾ ਦਾਂਗਾ, ਤੂੰ ਕੋਈ ਚੁੱਕ ਲਈ। ਮਤਲਬ ਉਹ ਸਾਰੇ ਲਾਈਨਾਂ ਪੋਇਟਰੀ ਦੀਆਂ ਟਾਈਪ ਦੀਆਂ ਸੀ ਨਾ, ਉਹਦੇ ਨਾਟਕ 'ਚ ਵੀ ਕਾਫੀ ਲਾਈਨਾਂ। ਤੇ ਉਹ ਹੋਇਆ ਕੀ ਕਿ ਮੈਂ ਉਹਨੂੰ ਇੱਕ ਹਿੰਟ ਦੇਵਾਂ, ਉਹਨੂੰ ਚੇਤਾ ਨਾ ਆਵੇ। ਉਹ ਮੈਨੂੰ ਹਾਰ ਕੇ ਉਹਦੀ ਸਾਰੀ ਜਿਹੜੀ ਪੋਇਟਰੀ ਉਹਨੂੰ ਗਾਉਣੀ ਪਈ। ਮੈਨੂੰ ਯਾਦ ਆ ਗਿਆ, ਬਿਲਕੁਲ ਬਿਲਕੁਲ। ਉਹ ਗਾਉਣੀ ਪਈ। ਚਲੋ ਕੰਮ ਤੇ ਹੋ ਹੀ ਗਿਆ, ਕੰਮ ਲੋਕਾਂ ਨੇ ਪਸੰਦ ਕਰ ਲਿਆ। ਹੁਣ ਜਿਹੜੇ ਲੋਕ ਨਬਜ਼ ਫੜਨ ਵਾਲੇ, ਹੰਸਰਾਜ ਦੇ ਉਹਨਾਂ ਨੇ ਬਾਹਰ ਆ ਕੇ ਮੇਰੀ ਪਿੱਠ ਤੇ ਥਾਪੀ ਦਿੱਤੀ, ਕਹਿੰਦੇ ਯਾਰ ਤੂੰ, ਮੈਂ ਸਮਝ ਗਿਆ ਸਾਰਾ ਕੁਝ, ਪਰ ਤੈਨੂੰ ਦੱਸਣਾ ਕੋਈ ਨਹੀਂ ਕੀ ਹੋਇਆ, ਤੈਨੂੰ ਆਪੇ ਪਤਾ ਕੀ ਹੋਇਆ। ਤੇ ਇਹ ਹੁੰਦਾ ਵੀ ਕਿਸੇ ਨੇ ਕਰੈਕਟਰ ਜਿੱਦਾਂ ਕੋਈ ਨਿਕਲ ਜਾਂਦਾ ਗੱਲ ਚੋਂ। ਹੈਲੋ ਹਾਂ ਬਿਲਕੁਲ ਸੁਣ ਰਿਹਾ। ਹਾਂ ਮਤਲਬ ਜਿੱਦਾਂ ਕਿਸੇ ਹੋ ਜਾਂਦਾ, ਕਿਉਂਕਿ ਜੀਂਦੇ ਜਾਗਦੇ ਬੜਾ ਕੁਛ ਹੁੰਦਾ, ਗਲਤੀਆਂ ਵੀ ਹੁੰਦੀਆਂ ਨੇ, ਹਨਾ। ਤੇ ਜੇ ਉਹ ਇਹ ਨਹੀਂ ਸੀਗਾ ਵੀ ਮੈਂ ਕੋਈ ਵਧੀਆ ਕੰਮ ਕਰ ਰਿਹਾ, ਮੈਂ ਤੇ ਸਿਰਫ ਇੱਕ ਉਸ ਚੀਜ਼ ਦਾ ਹਿੱਸਾ ਵਾ। ਬਿਲਕੁਲ ਹਨਾ। ਤੇ ਜੇ ਸਪੋਜ਼ ਸਾਡੇ ਕੋਲ ਸੰਗੀਤ ਰਿਕਾਰਡਡ ਹੁੰਦਾ ਉੱਥੇ ਵੀ, ਤੇ ਉਹ ਫਿਰ ਰਿਕਾਰਡਿੰਗ ਨੇ ਤਾਂ ਨਹੀਂ ਸੀ ਨਾ ਬੋਲਣਾ ਉੱਥੇ। ਤੇ ਫਿਰ ਉੱਥੇ ਇਸ ਲਈ ਇਹ ਸੰਗੀਤ ਜਿਹੜਾ ਮੈਨੂੰ ਤੇ ਲੱਗਦਾ ਵੀ ਜੀਣਾ ਵੀ ਸਿਖਾਉਂਦਾ ਸੰਗੀਤ, ਪਰ ਲਾਈਵ ਸੰਗੀਤ ਦਾ ਇੱਕ ਵੱਖਰਾ ਹੀ ਮਹੱਤਵ ਆ ਸਾਡੇ ਰੰਗਮੰਚ ਦੇ ਲਈ। ਹਾਂਜੀ। ਔਰ ਕਿਉਂਕਿ ਦੇਖੋ ਜਿਹੜਾ ਰਿਕਾਰਡਡ ਮਿਊਜ਼ਿਕ ਹੈ ਨਾ, ਮੈਂ ਇਸੇ ਕਰਕੇ ਕਦੀ ਯੂਜ਼ ਨਹੀਂ ਕਰਦਾ ਕਿ ਉਹਦੇ ਨਾਲ ਸਿੰਕਰੋਨਾਈਜ਼ ਨਹੀਂ ਹੁੰਦਾ। ਤੇ ਇੱਥੇ ਐਕਟਰ ਤੇ ਲਾਈਵ ਬੋਲ ਰਹੇ ਆ, ਰਿਕਾਰਡਿੰਗ ਦੀ ਟੋਨ ਹੀ ਹੋਰ ਹੁੰਦੀ ਹੈ, ਬਿਲਕੁਲ ਹੋਰ। ਤੇ ਇਸ ਲਈ ਲਾਈਵ ਦੇ ਨਾਲ ਲਾਈਵ ਜਦੋਂ ਹੋਏਗਾ ਉਹੀ ਸਿੰਕਰੋਨਾਈਜ਼ ਹੋਏਗਾ, ਉਹੀ ਲੋਕਾਂ ਤੇ ਵਧੀਆ ਪ੍ਰਭਾਵ ਪਾਉਂਦਾ ਵਾ। ਬਿਲਕੁਲ। ਅੱਛਾ ਸੋਹਲ, ਅਸੀਂ ਤੁਹਾਡੇ ਹੋਰ ਕੰਮਾਂ ਬਾਰੇ ਮੈਂ ਜਾਣਨਾ ਚਾਹੁੰਦਾ। ਤੁਸੀਂ ਸਟੂਡੀਓ, ਆਪਣਾ ਰਿਕਾਰਡਿੰਗ ਸਟੂਡੀਓ ਵੀ ਬਣਾਇਆ ਹੋਇਆ ਨਾਲ ਵੀ, ਤੁਸੀਂ ਥੀਏਟਰ ਵਿੱਚ ਮਿਊਜ਼ਿਕ ਕਰਦੇ ਹੋ, ਤੁਸੀਂ ਕਈ ਫਿਲਮਾਂ ਦਾ, ਡਾਕੂਮੈਂਟਰੀਜ਼ ਦਾ, ਬਹੁਤ ਸਾਰੇ ਇਹੋ ਜਿਹੇ ਕੰਮ ਕਰਦੇ ਹੋ। ਤੇ ਮੈਂ ਚਾਹੁੰਦਾ ਕੁਝ ਉਹਦੇ ਬਾਰੇ ਕੁਝ ਹੋਰ ਗੱਲ ਦੱਸੋ ਆਪਣੇ, ਵੀ ਇਸ ਸੰਗੀਤ ਦੀ ਦੁਨੀਆ ਨਾਲ ਜੁੜਨ ਲਈ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਆ ਸਾਰੇ ਰਿਕਾਰਡਿੰਗ ਸਟੂਡੀਓ ਵਿੱਚ, ਤਾਂ ਬੜਿਆਂ ਦੇ ਨਾਲ ਸੰਗੀਤ ਕੀਤਾ ਹੋਰ ਵੀ। ਹਾਂਜੀ। ਅੱਛਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਜਿੱਦਾਂ ਇਹ ਤੇ ਗੱਲ ਆਮ ਹੈ ਵੀ ਥੀਏਟਰ ਨਾਟਕ 'ਚ ਬਹੁਤ ਜ਼ਿਆਦਾ ਪੈਸਾ ਨਹੀਂ ਦਿੰਦਾ, ਇਹ ਪਤਾ ਹੀ ਹੈ। ਤੇ ਪਰ ਜਿਹੜਾ ਨਵਾਂ ਯੂਥ ਹੈ ਸਾਡਾ ਆ ਰਿਹਾ, ਇਹ ਸੋਚ ਕੇ ਮਾਤਾ ਵੇਖ ਕੇ ਨਾਟਕ ਕਰਨ ਜਾ ਰਹੇ ਆ ਯਾਰ ਪੈਸਾ। ਹਾਂ, ਇਹ ਤੇ ਠੀਕ ਹੈ, ਸਭ ਸਿੱਖਣ ਨੂੰ ਬੜਾ ਕੁਛ ਮਿਲਿਆ। ਜੋ ਕੁਛ ਮੈਂ ਸਿੱਖਿਆ ਉਹ ਥੋੜਾ ਜੇ ਨਵਾਂ ਯੂਥ ਜੇ ਕਿਤੇ ਟਾਈਮ ਲਾਵੇ, ਤੇ ਮੈਂ ਉਹਨਾਂ ਦਿਨਾਂ ਵਿੱਚ ਬੈਲੈਂਸ ਕਰਨ ਲਈ, ਕਿਉਂਕਿ ਵਰਕਸ਼ਾਪ ਫਿਰ ਨਾਲ ਨਹੀਂ ਸੀ ਚੱਲਣੀ, ਥੋੜਾ ਚਿਰ ਪਹਿਲਾਂ ਕੀਤੀ ਆਪਾਂ, ਕਿਉਂਕਿ 2005 'ਚ ਆ ਕੇ ਸਟੂਡੀਓ ਮੈਂ ਵਰਕਸ਼ਾਪ ਬੰਦ ਕਰਕੇ ਸਟੂਡੀਓ ਬਣਾ ਲਿਆ ਸੀ ਆਪਾਂ। ਪਰ ਉਹ 2005 ਤੋਂ ਪਹਿਲਾਂ ਜਿੱਦਾਂ ਆਪਾਂ ਨਾਟਕ ਤੁਹਾਡੇ ਨਾਲ ਕਰਦਾ ਰਿਹਾ। ਫਿਰ ਯੂਥ ਫੈਸਟੀਵਲ ਨੇ ਮੇਰਾ ਬਹੁਤ ਸਹਾਰਾ ਬਣਿਆ। ਯੂਥ ਫੈਸਟੀਵਲ ਮੇਰਾ, ਯੂਥ ਫੈਸਟੀਵਲ ਦੇ ਵਿੱਚ ਜਾਣ ਕਰਕੇ, ਉਹ ਯੂਥ ਫੈਸਟੀਵਲ ਦੇ ਵਿੱਚ ਮੈਨੂੰ ਮੰਚਪ੍ਰੀਤ ਲੈ ਕੇ ਗਿਆ ਸੀ ਪਹਿਲੀ ਵਾਰੀ। ਤੇ ਇਹ ਇੱਕ ਛੋਟਾ ਜਿਹਾ ਕਿੱਸਾ ਮੈਂ, ਜੇ ਟਾਈਮ ਹੈਗਾ ਮੈਂ ਸੁਣਾਉਣਾ ਤੁਹਾਨੂੰ। ਸੁਣਾਓ। ਉਹਨਾਂ ਦਿਨਾਂ 'ਚ ਨਾ ਵਰਕਸ਼ਾਪ ਤੇ ਕੰਮ ਕਰਦਾ ਹੁੰਦਾ, ਸਾਡੇ ਕੋਲ ਹੁੰਦਾ ਸੀ ਜਨਰੇਟਰ ਨੂੰ ਕਪਲ ਕਰਨਾ, ਇੰਜਨ ਸਾਰਾ ਜੋੜਨਾ। ਉਹ ਸਾਡਾ ਸੀਜ਼ਨ ਹੁੰਦਾ, 2 ਮਹੀਨੇ ਦਾ ਕੰਮ ਹੁੰਦਾ, ਬਹੁਤ ਰਸ਼ ਹੁੰਦਾ ਉਹਨਾਂ ਦਿਨਾਂ 'ਚ। ਤੇ ਉਹਨਾਂ ਦਿਨਾਂ 'ਚ ਵਿਆਹ ਹੋਇਆ ਸੀ ਨਵਾਂ, ਅਕਤੂਬਰ ਦੀ ਗੱਲ ਦੱਸਦਾ ਮੈਂ ਤੁਹਾਨੂੰ। ਤੇ ਮੇਰੇ ਕੋਲ ਉੱਥੋਂ ਸਤੰਬਰ ਦੇ ਵਿੱਚ ਮੰਚਪ੍ਰੀਤ ਆਇਆ, ਕਹਿੰਦਾ ਯਾਰ ਮੈਂ ਨਾ ਇੱਕ ਨਾਟਕ ਕਰ ਰਿਹਾ, ਇਹਦੇ ਨਾਲ ਮੈਨੂੰ ਟਿਊਨਾਂ ਬਣਾ ਦੇ। ਮੈਂ ਕਿਹਾ ਯਾਰ ਕੋਈ ਨਹੀਂ, ਬਣਾ ਦੇ। ਉਹਨੇ ਸਾਰਾ ਸਮਝਾਇਆ, ਮੈਂ ਟਿਊਨਾਂ ਬਣਾ ਕੇ ਰਿਕਾਰਡ ਕਰਕੇ ਦੇ ਦਿੱਤੀਆਂ। ਇਹ ਸਾਰੇ ਰਿਹਰਸਲ ਕਰਦੇ ਰਹੇ, ਪਤਾ ਨਹੀਂ ਲੱਗੀ ਕਿ ਗੱਲ ਬਣੀ ਨਹੀਂ ਬਣੀ, ਇਸ ਗੱਲ ਤੇ ਮੈਨੂੰ ਪਤਾ ਨਹੀਂ ਸੀ। ਇੱਕ ਦਿਨ ਅਚਾਨਕ ਮੇਰੇ ਕੋਲ ਮੰਚਪ੍ਰੀਤ ਸਵੇਰੇ 5 ਵਜੇ ਬੂਹਾ ਖੜਕਾਇਆ ਉਹਨੇ ਮੇਰਾ ਆ ਕੇ। ਤੇ ਮੈਂ ਕਿਹਾ ਦੱਸੋ। ਤੇ ਕਹਿੰਦਾ ਯਾਰ ਭਾਜੀ ਆਪਾਂ ਬਟਾਲੇ ਜਾਣਾ। ਮੈਂ ਕੀ ਗੱਲ? ਕਹਿੰਦਾ ਏਦਾਂ ਕੋਈ ਜ਼ਰੂਰੀ ਕੰਮ ਆ ਉੱਥੇ ਨਾ, ਜਿਹੜਾ ਮਿਊਜ਼ਿਕ ਨਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਜਿਹੜੇ ਟੀਚਰ ਨੇ ਜਿਹੜੇ ਯੂਥ ਫੈਸਟੀਵਲ ਲਈ, ਤੇ ਤੁਸੀਂ ਨਾ ਯਾਰ ਇੱਕ ਸਮਝਾ ਦਿਓ ਆ ਕੇ। ਮੈਂ ਕਿਹਾ ਯਾਰ ਮੈਂ ਕੀ ਸਮਝਾਉਣਾ, ਮੈਂ ਕਰਨਾ ਨਹੀਂ ਤੇ ਮੈਂ ਸਮਝਾਵਾਂ ਕਿਉਂ, ਆਪਾਂ ਬਣਾਤਾ ਤੁਸੀਂ ਕਰ ਲਓ। ਤੇ ਮੈਂ ਕਿਹਾ ਮੇਰਾ ਤੇ ਨਾਲੇ ਅੱਗੋਂ ਮੈਂ ਕਿਸੇ ਨੂੰ 10 ਵਜੇ ਦਾ ਟਾਈਮ ਦਿੱਤਾ, ਮੇਰਾ ਸੀਜ਼ਨ ਦਾ ਕੰਮ। ਤੇ ਉਹ ਮੈਨੂੰ ਲੈ ਗਿਆ ਜ਼ਬਰਦਸਤੀ।
ਤੁਸੀਂ ਮੰਨਿਓ, ਮਤਲਬ ਉਹ ਗੱਲ ਕੁੱਬੇ ਤੇ ਲੱਤ ਵੱਜਣ ਵਾਲੀ ਗੱਲ ਹੋਣੀ ਹੈ। ਰਾਹ ਵੀ ਬਣਿਆ ਸੀ, ਇਕੱਲਾ ਨਾਟਕ ਦੇ ਨਾਲ ਪੈਸੇ ਵੀ ਚਾਹੀਦੇ ਹੈ ਨਾ। ਹੁਣ ਪੈਸੇ ਕਿੱਦਾਂ ਆਏ? ਮੈਂ ਉੱਥੇ ਆਰ ਬਾਵਾ ਮੈਨੂੰ ਲੈ ਗਿਆ ਮੰਚਪ੍ਰੀਤ, ਅਸੀਂ ਉੱਥੇ ਮੈਨੂੰ ਦੱਸਿਆ, ਮੈਂ ਦੇਖਿਆ ਉਦੋਂ ਰਾਜਵੀਰ ਹੁੰਦੀ ਸੀ ਉਸ ਨਾਟਕ ਦੇ ਵਿੱਚ, ਰਾਜਵੀਰ ਪੜ੍ਹਦੀ ਹੁੰਦੀ ਸੀ ਉਦੋਂ। ਬਿਲਕੁਲ। ਤੇ ਉਹਦਾ ਪਲੇਅ ਦਾ ਨਾਮ ਸੀ ਸਾਰ। ਅੱਜ ਉਹਦੇ ਨਾਲ ਵੀ ਗੱਲਾਂ ਕਰਨੀਆਂ, ਤੁਹਾਡੇ ਤੋਂ ਬਾਅਦ ਰਾਜਵੀਰ ਦੀ ਗੱਲਾਂ ਹੋਣੀਆਂ ਅੱਜ। ਅੱਛਾ ਅੱਛਾ ਅੱਛਾ, ਹਾਂ। ਤੇ ਉਹ ਪਲੇਅ ਦਾ ਨਾਮ ਸੀ ਸਾਰ ਦੇ ਰੁੱਤਾਂ ਖਾਣੇ। ਹਾਂ। ਵਿਸ਼ਾਲ ਦੇ ਉਹਦੇ ਵਿੱਚ ਗਾਣੇ ਸੀਗੇ, ਮੰਚਪ੍ਰੀਤ ਕਰ ਰਿਹਾ ਸੀ ਡਾਇਰੈਕਟ। ਮੈਂ ਚਲੋ ਇੱਕ ਦੋ ਰਸਲਾ ਵੇਖਿਆ, ਮੈਂ ਉਸ ਤੋਂ ਬਾਅਦ ਗਾਣੇ ਜੋ ਸੀਗੇ, ਜੋ ਫੀਲ ਦਾ ਜਿੱਦਾਂ ਹੁਣ ਤੁਹਾਨੂੰ ਰਹਿ ਪਤਾ ਲੱਗਾ ਯਾਰ ਇਦਾਂ ਕਰਨਾ, ਇਦਾਂ ਦਾ ਨਾਟਕ ਚ ਮਿਊਜ਼ਿਕ ਹੋਣਾ ਚਾਹੀਦਾ, ਉਹ ਆਪਾਂ ਕੀਤਾ ਗਿਆ। ਉਹ 25 ਤੋਂ 30 ਮੇਰਾ ਨਾਟਕ ਏਡਾ, ਲੜਕੀਆਂ ਨੇ ਏਡਾ ਵਧੀਆ ਪਰਫਾਰਮ ਕੀਤਾ। ਜਦੋਂ ਹੋਰ ਪਤਾ ਨਹੀਂ ਕਿੱਦਾਂ ਕੋਈ ਵਾਈਬ੍ਰੇਸ਼ਨ ਇਦਾਂ ਦੀ ਬਣ ਗਈ, ਉਹ ਸਾਰਾ ਕੁਝ ਅੱਛਾ। ਉਹ ਪਿੱਛੇ ਮੇਰੇ ਉਹ ਮੈਡਮ ਰਾਜ ਸੀਗੇ ਉੱਥੇ, ਉਹ ਤੇਰਾ ਪ੍ਰਿੰਸੀਪਲ ਕਾਕੜੀਆ ਮੈਡਮ, ਉਹ ਪਿੱਛੇ ਸੁਣ ਰਹੇ ਸੀ ਸਾਰਾ ਕੁਝ। ਉਹਨਾਂ ਨੂੰ ਲੱਗਾ ਗਿਆ ਨਾਟਕ ਦੇ ਵਿੱਚ ਜਾਨ ਪੈ ਗਈ, ਫੀਲ ਆ ਗਿਆ, ਤੇ ਉਹ ਸਾਰਾ ਓਕੇ ਕਰਕੇ ਚਲੇ ਗਏ। ਮੰਚਪ੍ਰੀਤ ਨੂੰ ਮੈਂ ਕਿਹਾ ਮੈਂ ਜਾਣਾ ਵਾ, ਮੈਂ ਤੁਹਾਨੂੰ ਵਿਖਾ ਦਿੱਤਾ ਜੋ ਵੇਖਣ। ਤੇ ਉਹ ਰਾਜ ਮੈਡਮ ਕਹਿੰਦੇ ਤੂੰ ਜਾਣਾ ਕਿੱਥੇ ਆ, ਉਹ ਨਹੀਂ ਜਾਣ ਦੇਣਾ। ਤੇ ਮੈਂ ਕਿਹਾ ਜਿੱਦਾਂ ਤਾਂ ਮੇਰਾ ਨੁਕਸਾਨ, ਕਹਿੰਦੀ ਕਿੰਨਾ ਨੁਕਸਾਨ ਹੁੰਦਾ। ਮੈਂ ਆਪਣੇ ਵੱਲੋਂ ਵੱਧ ਚੜ ਕੇ ਗੱਲ ਦੱਸੀ, ਤੇ ਉਹਨੇ ਕਹਿੰਦੇ ਠੀਕ ਓਕੇ, ਸਾਰਾ ਨੁਕਸਾਨ ਅਸੀਂ ਭਰਾਂਗੇ, ਤੂੰ ਜਾਣਾ ਹੈ ਤੇ ਮਿਊਜ਼ਿਕ ਤੂੰ ਕਰਨਾ। ਉਦੋਂ ਉਹ ਨਾਟਕ ਨੂੰ ਹਾਰਡਲੀ 4 ਦਿਨ ਰਹਿ ਗਏ ਸੀਗੇ ਯੂਥ ਫੈਸਟੀਵਲ ਦੇ ਵਿੱਚ, ਜਦੋਂ ਮੈਨੂੰ ਉਹਨੇ ਲਾਸਟ ਟਾਈਮ ਸੱਦਿਆ ਨਾ। ਪਰ ਉਹੀ ਗੱਲ ਸੀਗਾ ਵੀ ਮੌਕਾ ਬਣਨਾ ਸੀ, ਸਬੱਬ ਬਣਨਾ ਸੀ। ਫਿਰ ਉਸ ਤੋਂ ਬਾਅਦ ਐਸਾ ਟਾਈਮ ਆਇਆ, ਚਲੋ ਨਾਟਕ ਦੀਆਂ ਟੀਮਾਂ ਯੂਨੀਵਰਸਿਟੀ 'ਚ ਬਦਲਦੀਆਂ ਹੁੰਦੀਆਂ ਸੀ, ਮੇਰਾ ਸਾਥ ਵਿਆਹ ਹੁੰਦਾ ਸੀ। ਬਿਲਕੁਲ, ਮੈਂ ਕਹਿਣ ਲੱਗਾ ਸੀ ਇਹ ਗੱਲ ਵੀ ਇੱਕ ਦੌਰ ਇਦਾਂ ਦਾ 골ਡਨ ਪੀਰੀਅਡ ਸੀ, ਕਿਉਂਕਿ ਮੈਂ ਆਪ ਉਦੋਂ ਬੜਾ ਯੂਥ ਫੈਸਟੀਵਲ ਕਰ ਰਿਹਾ ਸੀ, ਤੇ ਹਰ ਜਗ੍ਹਾ ਤੇ ਮੇਰੇ ਨਾਲ ਹਰਿੰਦਰ ਸੋਹਲੀ, ਚਾਹੇ ਉਹ ਹਿੰਦੂ ਕਾਲਜ ਹੋਵੇ, ਡੀਏਵੀ ਕਾਲਜ ਹੋਵੇ, ਬੀਬੀਕੇ ਕਾਲਜ ਹੋਵੇ, ਐਚਐਫਬੀ ਕਾਲਜ ਹੋਵੇ, ਸਭ ਜਗ੍ਹਾ ਤੇ ਉਹ ਸਾਰੇ ਲੋਕ ਇਹ ਕਹਿੰਦੇ ਹੁੰਦੇ ਸੀ ਵੀ ਨਾਟਕ ਦੀਆਂ ਟੀਮਾਂ ਬਦਲਦੀਆਂ ਪਰ ਮਿਊਜ਼ਿਕ ਡਾਇਰੈਕਟਰ ਸੋਲ ਨਹੀਂ ਬਦਲਦਾ, ਉਹ ਉੱਥੇ ਬੈਠਾ ਰਹਿੰਦਾ। ਪੱਕੇ ਦਰੀ ਪੱਕੀ ਲੱਗੀ ਜੀ, ਉਹ ਤੇ ਦਰੀ ਪੱਕੀ ਲੱਗੀ। ਉਹ 4-4 5-5 ਨਾਟਕਾਂ ਦੇ ਵਿੱਚ ਕੰਟੀਨਿਊਸਲੀ ਮਿਊਜ਼ਿਕ ਜਿਹੜਾ ਸੋਲ ਦਾ ਹੀ ਹੁੰਦਾ ਹੈ ਉਹਦੇ ਵਿੱਚ। ਹਾਂ, ਫਿਰ ਉਹ ਜਦੋਂ ਤੁਹਾਡੇ ਨਾਲ ਫਿਰ ਜ਼ਿਆਦਾ ਸ਼ੁਰੂ ਹੋ ਗਿਆ, ਜਦੋਂ ਵੱਡੇ ਕਾਲਜ ਅੱਛਾ ਬੀਬੀਕੇ ਕਰਨੇ ਆ ਦੂਜੇ, ਤੇ ਛੋਟੇ ਘਟਾਤੇ ਸੀ ਫਿਰ ਠੀਕ ਹੈ, ਆਪਾਂ ਜੋ ਇੱਕ ਜਗ੍ਹਾ ਤੋਂ ਸਾਰਾ ਕੁਝ ਬੈਲੈਂਸ ਠੀਕ ਹੋ ਰਿਹਾ, ਨਾਲੇ ਵੱਡੀ ਪ੍ਰੋਡਕਸ਼ਨ ਦਾ ਕੰਮ ਕਰਨ ਦਾ ਮਜ਼ਾ। ਜਿੱਦਾਂ ਤੁਹਾਡੇ ਨਾਲ ਜਿੰਨੇ ਵੀ ਕੰਮ ਕੀਤੇ ਆਪਾਂ, ਜਿਹੜਾ ਜਿਹ ਚ ਭਾਰਤੀ ਸੀਗੀ, ਜਿਹੜਾ ਉਹ ਰਸੋਈ ਵਾਲਾ ਨਾਟਕ ਸੀਗਾ, ਕਿੱਦਾਂ ਅੱਛਾ ਨਾਟਕ ਕੀਤੇ ਆਪਾਂ, ਹਨਾ ਕਿਚਨ ਬੰਧਨ ਹੀਰੋ ਮੈਂ, ਉਹ ਕਿੱਡੇ ਕਿੱਡੇ ਟੌਪ ਤੇ ਹਾਂ ਉਹ ਏਦਾਂ ਦੀ ਕਿੱਡੇ ਕਿੱਡੇ ਵੱਡੀਆਂ ਪ੍ਰੋਡਕਸ਼ਨ ਜਿਹੜੀਆਂ ਆਪਾਂ ਇਕੱਠੀਆਂ ਕੀਤੇ, ਭਾਵੇਂ ਯੂਥ ਫੈਸਟੀਵਲ ਸੀ। ਉਹ ਮੈਨੂੰ ਕਦੇ ਲੱਗਾ ਨਹੀਂ ਸੀ ਆਪਾਂ ਯੂਥ ਫੈਸਟੀਵਲ ਦਾ ਨਾਟਕ ਕਰ ਰਹੇ ਹਾਂ, ਉਹ ਲੱਗਦਾ ਸੀ ਫੁੱਲ ਲੈਂਥ ਪਲੇ ਕਰ ਰਹੇ ਹਾਂ, ਇੱਕ ਸਾਰਾ ਉਸੇ ਤਰ੍ਹਾਂ ਵਧੀਆ ਸਾਰਾ। ਤੇ ਲੋਕ, ਮੈਂ ਵੀ ਵੇਖਿਆ ਕਿ ਯੂਥ ਫੈਸਟੀਵਲ 'ਚ ਲੋਕ ਵੇਟ ਵੀ ਕਰ ਰਹੇ ਹੁੰਦੇ ਸੀ ਵੀ ਕੇਵਲ ਭਾਜੀ ਦਾ ਨਾਟਕ ਕਿੱਥੇ ਆਉਣਾ, ਤੇ ਉਹ ਚੀਜ਼ ਸਾਰਾ ਉਹ ਇਹ ਚੀਜ਼ਾਂ ਬਸ ਉਹ ਬਣਾ ਲਿਆ। ਉਹ ਨਾਲ ਨਾਲ ਯੂਥ ਫੈਸਟੀਵਲ, ਫਿਰ ਸਟੂਡੀਓ ਦੇ ਵਿੱਚ ਵੀ ਹੁਣ ਜਿਹੜੇ ਨਾਟਕ ਦੇ ਜੱਜ ਵੀ ਉੱਦਾਂ ਹੀ ਹੁੰਦਾ ਵੀ ਕਦੀ ਕਿਸੇ ਕੋਲ ਪੈਸੇ ਨਹੀਂ ਬਹੁਤ ਠੋਕ ਕੇ ਮੰਗੇ ਵੀ ਇਹ ਨਾਟਕ ਵਾਲੇ ਕੋਲ ਕਿੰਨੇ ਪੈਸੇ ਹੋਣੇ ਆ, ਤੇ ਉਹ ਜਿੰਨੇ ਕੋਈ ਦੇ ਜਾਵੇ ਠੀਕ ਹੈ ਯਾਰ ਨਾਟਕ ਕਰ ਦਈਦਾ। ਉਹਦੇ 'ਚ ਇਹ ਨਹੀਂ ਹੁੰਦਾ ਫਿਰ ਜਿੱਦਾਂ ਆਪਾਂ, ਜੋ ਮੈਨੂੰ ਪਤਾ ਵੀ ਰੰਗਮੰਚ ਲਾਈਵ ਆਪਾਂ ਨੇ ਮਿਊਜ਼ਿਕ ਜਿੱਦਾਂ ਦੇਣਾ ਵੀ ਉਹਨੇ ਕੀ ਸਾਜ਼ ਵਜਾਉਣਾ ਅਸੀਂ। ਇਹ ਨਹੀਂ ਆ ਵੀ ਜੇ ਆਪਾਂ ਇੱਕ ਕਮਰਸ਼ੀਅਲ ਗਾਣਾ ਬਣਾ ਰਹੇ ਹਾਂ ਉਹਦੇ ਵਾਂਗੂ ਸਾਰਾ ਕੁਝ ਸਾਜ਼ ਵਜਾ ਦਵਾ, ਇਹ ਲੱਗੇ ਹੀ ਨਾ ਵੀ ਇਹ ਨਾਟਕ ਦਾ ਗਾਣਾ ਹੈ। ਬਿਲਕੁਲ ਉਹਦੇ 'ਚ ਉਨੀ ਚੀਜ਼ ਰੱਖਣੀ ਹੈ ਵੀ ਲੱਗੇ ਵੀ ਇਹ ਨਾਟਕ ਦਾ ਹਿੱਸਾ ਬਸ, ਉਹ ਜਿਹੜੀ ਆਪਾਂ ਕੀਤਾ ਸਿੱਖਿਆ। ਹਾਂਜੀ, ਤੇ ਉਹ ਜ਼ਰੀਏ ਸਾਰੇ ਬਣਦੇ ਗਏ, ਫਿਲਮਾਂ ਵੀ ਕੀਤੀਆਂ, ਮਿਊਜ਼ਿਕ ਬੈਕਗਰਾਉਂਡ ਵੀ ਕਰਦੇ ਆ। ਹੁਣ ਜਿਹੜੇ ਡਾਇਲੋਗ ਡਬਿੰਗ ਵੀ ਸਾਡੇ ਕੋਲ ਹੁੰਦੀ ਹੈ। ਆਪਣੇ ਨਾਲ ਜਿਹੜਾ ਆਪਾਂ ਨਵਨਿੰਦਰਾ ਮੈਮ ਦਾ ਪਲੇ ਕੀਤਾ ਸੀਗਾ, ਸਾਡਾ ਜਗੋ ਸੀਰ ਮੁੱਕਿਆ ਨਹੀਂ ਲਾਸਟ ਭਾਜੀ, ਇਹ ਤੇ ਪਟਿਆਲੇ ਵਾਲਾ ਸੀ ਨਾ, ਜਿਹੜਾ ਆਪਾਂ ਇੱਥੇ ਕੀਤਾ ਸੀ ਨੋਰਾ, ਉਹਦਾ ਸੰਗੀਤ ਵੀ ਸਾਰਾ ਰਿਕਾਰਡ ਕੀਤਾ ਸੀ ਆਪਾਂ। ਕਿਹੜਾ ਇੱਕ ਮਜ਼ੇਦਾਰ ਚੀਜ਼ ਸੀਗੀ ਉਹ ਸਾਰੀ। ਉਹ ਟੀਮ ਤੁਹਾਡੀ ਛੋਟੀ ਸੀ ਤਾਂ ਕਰਕੇ ਬਹੁਤਾ ਨਹੀਂ ਸੀ, ਕਿਉਂਕਿ ਸਾਹਿਬ ਸਿੰਘ ਹੋਣੀ ਸੀਗੇ, 3-4 ਹੀ ਕਰੈਕਟਰ ਸੀਗੇ ਹਨਾ ਏਦਾਂ ਦਾ, ਤਾਂ ਅਸੀਂ ਉਹ ਰਿਕਾਰਡ ਕਰਨਾ ਪੈਂਦਾ, ਤੇ ਉਹਦਾ ਵੀ ਲਾਈਵ ਦਾ ਇੱਕ ਮਜ਼ਾ ਹੀ ਵੱਖਰਾ ਹੋਣਾ ਸੀ। ਬਿਲਕੁਲ ਹਾਂ, ਉਹ ਐਕਚੁਅਲੀ ਉਹ ਨਾਟਕ ਏਦਾਂ ਦਾ ਸੀਗਾ ਕਿ ਉਹਦੇ, ਕਿਉਂਕਿ ਉਹ ਥੋੜਾ ਜਿਹਾ ਕਹਾਣੀ ਏਦਾਂ ਦੀ ਸੀ ਕਿ ਉਹਦੇ ਨਾਲ ਸਾਡਾ ਜਿਹੜਾ ਰਿਕਾਰਡਡ ਚੱਲ ਸਕਦਾ ਸੀਗਾ, ਕਿਉਂਕਿ ਉਹਦੇ 'ਚ ਗਾਣੇ ਨਹੀਂ ਸੀ ਹੈਗੇ, ਉਹ ਸਾਰਾ ਬੈਕਗਰਾਉਂਡ ਮਿਊਜ਼ਿਕ ਸੀ, ਬੈਕਗਰਾਉਂਡ ਬੂਡ ਸੀ, ਸਿਰਫ ਬੂਡ ਦੇ ਰਿਹਾ ਸੀ ਉਹ ਮਿਊਜ਼ਿਕ ਜਿਹੜਾ ਸੀ। ਤੇ ਉਹਦੇ ਨਾਲ ਬਹੁਤ ਅੱਛਾ ਉਹ ਸੀ, ਜਿੱਥੇ ਵੀ ਕੀਤਾ ਔਰ ਸਾਰੀ ਜਗ੍ਹਾ ਦੇ ਉੱਤੇ ਉਹ ਬਹੁਤ ਅੱਛਾ, ਕਿਉਂਕਿ ਬਾਅਦ 'ਚ ਆਪਰੇਟ ਪਵੇਲ ਕਰਦਾ ਰਿਹਾ ਉਹਨੂੰ, ਤੇ ਪਵੇਲ ਥੋੜੀ ਸਮਝ ਰੱਖਦਾ ਹੈ ਉਹਦੀ, ਤੇ ਉਹ ਵੀ ਆਪਰੇਟ ਕਰਦਾ ਰਿਹਾ ਉਸ ਮਿਊਜ਼ਿਕ ਨੂੰ ਸਾਰਾ ਇਸ ਤਰ੍ਹਾਂ। ਗੱਲਾਂ ਤੁਸੀਂ ਛੇੜੀਆਂ ਨੇ, ਤੁਹਾਨੂੰ ਮੈਨੂੰ ਉਹ ਸੀਨ ਮੱਠੀ ਡਾਇਰੈਕਟਰ ਸ਼ਾਇਦ ਤੁਹਾਨੂੰ ਯਾਦ ਹੋਵੇ ਗੱਲ।
ਸੁਰੇਸ਼ ਪੰਡਤ ਹੋਣੀ। ਹਾਂ ਉਹ ਸੀ ਉਹ ਜਦੋਂ ਐਂਡ ਗੇਮ ਐਂਡ ਮਤਲਬ ਮੰਚਰੰਗ ਮੰਚ ਵੱਲੋਂ ਨਾਟਕ ਸੀਗਾ ਤੇ ਪੰਡਤ ਜੀ ਨੇ ਡਾਇਰੈਕਟ ਕੀਤਾ ਸੀ ਉਹ ਨਾਟਕ। ਹਾਂ ਤੇ ਉਹ ਚੰਡੀਗੜ੍ਹ ਦੇ ਵਿੱਚ ਮਤਲਬ ਕਿਸੇ ਐਸੀਆਂ ਗੱਲਾਂ ਐਸੀਆਂ ਯਾਦ ਭੁੱਲਦੀਆਂ ਨਹੀਂ ਉਹ ਗੱਲਾਂ ਕਰਦੇ। ਹੁਣ ਚੰਡੀਗੜ੍ਹ ਦੇ ਵਿੱਚ ਆਪਾਂ ਜਦੋਂ ਥੀਏਟਰ 'ਚ ਨਾਟਕ ਕਰ ਰਹੇ ਹਾਂ, ਮੈਂ ਆਪਣੇ ਵੱਲੋਂ ਬਿਲਕੁਲ ਮੇਰੇ ਕੋਲ ਉਸ ਤੋਂ ਬਾਅਦ ਆਵਾਜ਼ ਬੰਦ ਸੀ, ਮਤਲਬ ਕੀਬੋਰਡ ਦੀ ਆਵਾਜ਼ ਨਹੀਂ ਸੀ ਆਉਣੀ, ਜਿੰਨੀ ਮਿਨੀਮਮ ਰੱਖੀ। ਪੰਡਿਤ ਜੀ ਨੂੰ ਫਿਰ ਵੀ ਲੱਗਾ ਕਿ ਬਹੁਤ ਮਤਲਬ ਉੱਚੀ ਆਵਾਜ਼ ਕਰ। ਉਹਨਾਂ ਪਹਿਲਾਂ ਹੌਲੀ ਹੌਲੀ ਜਾ ਏਦਾਂ ਬੋਲਦੇ ਸੀ, ਮੈਨੂੰ ਵੀ ਪਤਾ ਨਹੀਂ ਲੱਗ ਰਿਹਾ। ਫਿਰ ਉਹਨਾਂ ਦੇ ਉਹ ਕਹਿੰਦਾ ਨਾਟਕ ਤੁਹਾਨੂੰ ਪਤਾ ਉਹ ਮੱਠੀ ਚੂਸਦੇ ਹੁੰਦੇ ਆ ਦੋਨੇ ਡਰਾਮਾ ਦੇ ਵਿੱਚ ਬੱਚੇ, ਤੇ ਉਹਨਾਂ ਨੇ ਚੱਲਦੇ ਨਾਟਕ ਚੋਂ ਮੱਠੀ ਮਾਰੀ ਮੇਰੇ ਪਿੱਛੇ ਨਜ਼ਰ ਆਇਆ ਸੀ, ਤੇ ਮੱਠੀ ਮਾਰ ਮੈਂ ਕਹਿੰਦਾ ਮਾਇਆ ਕੱਟ ਕਰ। ਇਹੋ ਜਿਹੀ ਵਧੀਆ ਲੱਗਾ ਸੁਰੇਸ਼ ਪੰਡਤ ਜੀ ਵਰਗੇ ਵੱਡੀਆਂ ਹਸਤੀਆਂ ਦੇ ਨਾਲ ਕੰਮ। ਮੈਂ ਸੁਦਰਸ਼ਨ ਭਾਜੀ ਸੀ ਨਾਲ, ਉਦੋਂ ਜਤਿੰਦਰ ਆਂਟੀ ਸੀ ਹਨਾ। ਸੋ ਇਹੋ ਜਿਹੀਆਂ ਕਿੰਨੀਆਂ ਯਾਦਾਂ, ਖੂਬਸੂਰਤ ਯਾਦਾਂ ਨੇ ਭਾਜੀ, ਉਸੇ ਕਰਕੇ ਖਲੋਤੇ ਅੱਜ ਤੱਕ ਵੀ। ਬਿਲਕੁਲ ਬਿਲਕੁਲ। ਮੈਂ ਇਹੀ ਕਿ ਦੇਖੋ ਇਹ ਜਿਹੜੇ ਸਾਡੇ ਹੁਣ ਨਵੇਂ ਮੁੰਡੇ ਕੋਈ ਸੰਗੀਤ ਕਰਦੇ ਆ, ਵੀ ਮੈਂ ਚਾਹੁੰਦਾ ਸੀ ਵੀ ਇਹ ਤੁਹਾਡੀਆਂ ਗੱਲਾਂ ਸੁਣਨ ਤੇ ਉਹ ਵੀ ਕੁਝ ਇਹਨਾਂ ਤੋਂ ਸਿੱਖਣ ਵੀ ਜ਼ਿੰਦਗੀ 'ਚ ਕਿਵੇਂ ਸਟੈਪ ਬਾਈ ਸਟੈਪ ਤੁਸੀਂ ਅੱਗੇ ਵੱਧਦੇ ਹੋ। ਯਕਦਮ ਜ਼ਿੰਦਗੀ 'ਚ ਕੁਝ ਵੀ ਨਹੀਂ ਕਦੀ ਮਿਲਦਾ, ਪਰ ਜੇਕਰ ਹੁਣ ਹਰਿੰਦਰ ਸੋਹਲ ਦਾ ਆਪਣਾ ਸੰਗੀਤ ਦੀ ਦੁਨੀਆ 'ਚ ਇੰਨਾ ਨਾਮ ਹੈ ਵੀ ਜਿਹਨੇ ਕਦੀ ਸੋਚਿਆ ਨਹੀਂ ਸੀ ਵੀ ਉਹ ਆਪਣੇ ਇੱਕ ਕਾਰਖਾਨੇ ਦੇ ਵਿੱਚ ਘਰ 'ਚ ਕੰਮ ਕਰਦਾ ਸੰਗੀਤ ਦੀਆਂ ਪੈੜਾਂ ਪਾਉਂਦਾ ਆਪਣਾ ਸਟੂਡੀਓ ਆ ਉਹਦੇ ਕੋਲ, ਆਪਣਾ ਉਹਦਾ ਇੱਕ ਨਾਂ ਇੱਕ ਥਾਂ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਉਹਦੇ ਵਿੱਚ, ਹੈ ਨਾ। ਤੇ ਹਰ ਇੱਕ ਦੀ ਪਹਿਲੀ ਪ੍ਰੈਫਰੈਂਸ ਹੁੰਦੀ ਹੈ ਹਾਂਜੀ ਸੋਹਲ ਸਾਡੇ ਨਾਲ ਸੰਗੀਤ ਕਰੇ, ਸੋਹਲ ਦਾ ਮਿਊਜ਼ਿਕ ਹੋਵੇ। ਤੇ ਕਿੰਨੇ ਕਾਲਜਾਂ ਵਿੱਚ ਯੂਥ ਫੈਸਟੀਵਲਾਂ ਵਿੱਚ। ਫਿਰ ਸੋਹਲ ਤੁਸੀਂ ਇੱਕ ਦੂਜਾ ਆਪਣਾ ਆਰਕੈਸਟਰਾ ਵੀ ਕਰਦੇ ਸੀ, ਫੋਕ ਆਰਕੈਸਟਰਾ। ਮੈਂ ਚਾਹੁੰਦਾ ਫੋਕ ਆਰਕੈਸਟਰਾ ਬਾਰੇ ਥੋੜੀ ਜਿਹੀ ਗੱਲ ਜਿਹੜੇ ਬਾਕੀ ਦੋਸਤ ਸੁਣਦੇ ਪਏ ਉਹਨਾਂ ਨਾਲ ਸਾਂਝੀ ਕਰੋ। ਤੁਸੀਂ ਉਹ ਕਿੱਦਾਂ ਤੁਸੀਂ ਕਾਲਜਾਂ 'ਚ ਵੀ ਕਰਵਾਇਆ, ਤੁਸੀਂ ਆਪਣਾ ਗਰੁੱਪ ਬਣਾ ਕੇ ਕੰਮ ਕਰਦੇ ਰਹੇ? ਉਹ ਵੀ ਸਰ, ਹਾਂ ਉਹ ਫੋਕ ਆਰਕੈਸਟਰਾ ਭਾਜੀ ਬਿਲਕੁਲ ਠੀਕ, ਤੁਸੀਂ ਯਾਦ ਕਰਾ ਦਿੱਤਾ। ਕੁਛ ਉਦੋਂ ਸੀਗਾ ਵੀ ਨਾਟਕ ਤੇ ਕਰਦੇ ਆ, ਨਾਲ ਵਰਕਸ਼ਾਪ ਹੈ ਚੱਲਦੀ, ਕੁਛ ਹੋਰ ਵੱਖਰਾ ਕੀ ਕਰ ਸਕਦੇ, ਕੋਈ ਵੱਖਰਾ ਜਿੱਦਾਂ ਤੁਹਾਨੂੰ ਵੀ ਯਾਦ ਹੁੰਦਾ ਵੀ ਵੱਖਰਾ ਤੁਸੀਂ ਵੀ ਹਮੇਸ਼ਾ ਤੁਹਾਡੀ ਕੋਸ਼ਿਸ਼ ਹੁੰਦੀ ਵੀ ਵੱਖਰਾ ਲੱਭੀ ਯਾਰ ਨਵਾਂ ਕਰੀ। ਉਹਦੇ 'ਚ ਮੈਨੂੰ ਇਹ ਆਈਡੀਆ ਮੈਨੂੰ ਵਿਜੇ ਸ਼ਰਮਾ ਜੀ ਨੇ ਦਿੱਤਾ ਸੀ ਵੀ ਯਾਰ ਕੁਛ ਨਾ, ਕਿਉਂਕਿ ਯੂਨੀਵਰਸਿਟੀ 'ਚ ਉਹਨਾਂ ਦਿਨਾਂ 'ਚ ਵੈਸਟ ਕਹਿ ਰਿਹਾ ਕਲਾਸੀਕਲ ਫੋਕ ਆਰਕੈਸਟਰਾ ਹੁੰਦਾ ਸੀ, ਕਲਾਸੀਕਲ ਸਾਜ਼ਾਂ ਦੇ ਨਾਲ ਤਬਲਾ ਸਤਾਰ ਏਦਾਂ ਦਾ ਹੁੰਦਾ ਸੀਗਾ। ਤੇ ਫਿਰ ਅਸੀਂ ਇਹਦਾ ਫੋਕ ਆਰਕੈਸਟਰਾ ਦੀ ਇੱਕ ਟੀਮ ਬਣਾਈ ਸਾਰੀ, ਜਿਹੜੇ ਸਾਡੇ ਲੋਕ ਸਾਜ਼ ਨੇ ਜਿੰਨੇ ਵੀ, ਤੇ ਲੋਕ ਸਾਜ਼ ਵਿੱਚ ਫਿਰ ਲੋਕ ਸਾਜ਼ ਜੇ ਆਪਾਂ ਕਿੰਨਾ ਚਿਰ ਵਜਾ ਸਕਦੇ ਹਾਂ, 5 ਮਿੰਟ 10 ਮਿੰਟ 15 ਮਿੰਟ, ਲੋਕ ਬੋਰ ਹੋ ਜਾਣਗੇ। ਉਹਦੇ ਵਿੱਚ ਫਿਰ ਮੈਂ ਆਪਣੇ ਆਪ ਨੂੰ ਨਾਲ ਜੋੜਿਆ। ਉਹਦੇ 'ਚ ਜਿਹੜੇ ਲੋਕ ਗੀਤ ਨੇ ਸਾਡੇ ਜਿੰਨੇ ਵੀ ਲੋਕ ਗੀਤ ਜਿਹੜੇ ਸਾਡੇ ਪੁਰਾਣੇ ਤੋਂ ਪੁਰਾਣੇ, ਮੈਂ ਦਵਿੰਦਰ ਸਤਿਆਰਥੀ ਉਹਨਾਂ ਦੀ ਕਿਤਾਬ ਲੈਂਦੀ, ਉਹਦੇ ਵਿੱਚ ਕੀ ਬੜਾ ਕੁਛ ਮਿਲਿਆ ਸਾਨੂੰ, ਉਹ ਸਾਰੀ ਚੀਜ਼ਾਂ ਜੋੜੀਆਂ। ਫਿਰ ਉਹਨੂੰ ਕਰਕੇ ਅਸੀਂ 1.25 ਘੰਟੇ ਤੋਂ 1.5 ਘੰਟੇ ਦੀ ਪਰਫਾਰਮੈਂਸ ਨੌਨ ਸਟਾਪ ਬਣਾਈ ਸੀਗੀ ਉਹ। ਤੇ ਉਹ ਆਪਣੀਆਂ ਪਰਫਾਰਮੈਂਸ ਕਾਫੀ ਸਾਰੀਆਂ ਤੁਸੀਂ ਵੀ ਕਈ ਜਗ੍ਹਾ ਉਹਨੂੰ ਕਰਵਾਇਆ। ਅਸੀਂ ਵਿਰਾਸਤ ਮੇਲੇ ਦੇ ਵਿੱਚ ਵੀ ਉਹਨੇ ਪਰਫਾਰਮ ਕੀਤਾ। ਤੇ ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਵੀ ਉਹ ਫਿਰ ਜਦੋਂ ਉਹਨਾਂ ਨੇ ਉਹ ਕਲਾਸੀਕਲ ਵਾਲਾ ਬੰਦ ਕਰਕੇ ਤੇ ਫੋਕ ਸਾਜ਼ਾਂ ਵਾਲਾ ਸ਼ੁਰੂ ਕੀਤਾ ਇੱਧਰ ਆਪਣੇ ਜਦੋਂ। ਫਿਰ ਉਸ ਤੋਂ ਬਾਅਦ ਬਹੁਤ ਸਾਰੇ ਕਾਲਜਾਂ ਦੇ ਵਿੱਚ, ਈਵਨ ਕਿ ਬਹੁਤ ਸਾਰੇ ਕਾਲਜਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੀ ਲੋਹੇ ਦਾ ਗਾਗਰ ਜਿਹੜੀ ਆ ਉਹ ਕਿੱਦਾਂ ਹੁੰਦੀ, ਕੀ ਹੁੰਦੀ, ਕਿੱਥੋਂ ਬਣਦੀ ਹੈ। ਉਹ ਫਿਰ ਸਾਰਾ ਜਿੱਦਾਂ ਮਾਈ ਸੇਵਾ ਦੇ ਬਾਜ਼ਾਰ, ਕਿੱਥੇ ਭਾਂਡਿਆਂ ਨੇ ਬਾਜ਼ਾਰ ਜਾਣਾ, ਉੱਥੇ ਦੱਸਣਾ ਵੀ ਇਹਦੀਆਂ ਏਦਾਂ ਦੀਆਂ ਗਾਗਰਾਂ ਚਾਹੀਦੀਆਂ ਨੇ। ਉਹ ਗਾਗਰਾਂ ਇੱਕ ਸਾਜ਼ ਬਾਰੇ ਇੰਟਰੋਡਿਊਸ ਸਾਰੇ ਬਹੁਤ ਮੇਰੀ ਹੁੰਦਾ ਵੀ ਮੈਂ ਫੋਕ ਆਰਕੈਸਟਰਾ ਜਿੱਥੇ ਵੀ ਕਰਵਾਉਂਦਾ ਸੀ, ਪਹਿਲਾਂ ਬੱਚਿਆਂ ਨੂੰ ਸਾਜ਼ ਦੇ ਬਾਰੇ ਦੱਸਦਾ ਸੀ ਵੀ ਸਾਜ਼ ਇਸ ਵਿੱਚ ਇਹਨੂੰ ਕਹਿੰਦੇ ਕੀ ਆ, ਇਹਦਾ ਨਾਮ ਕੀ ਹੈ, ਇਹ ਕਿੱਦਾਂ ਵੱਜਦਾ, ਇਹ ਕਿਹੜੇ ਹੱਥਾਂ 'ਚ ਪਹਿਲਾਂ ਸੀਗਾ। ਜਿੱਦਾਂ ਸਪੋਜ਼ ਡਾਰੀਆ ਸੀ ਭੰਡਾਂ ਦੇ ਹੱਥਾਂ 'ਚ ਦੇਖਿਆ, ਆਮ ਲੋਕਾਂ ਨੂੰ ਪਤਾ ਹੀ ਨਹੀਂ ਨਾ ਕੋਈ ਆਮ ਵਜਾਉਂਦਾ, ਪਰ ਉਹ ਫਿਰ ਜਿੱਦਾਂ ਹੌਲੀ ਹੌਲੀ ਉਹਨਾਂ ਨੂੰ ਬੱਚਿਆਂ ਨੂੰ ਸਮਝ ਲੱਗੀ ਕਿੱਦਾਂ ਕੀ ਆ। ਤੇ ਬਹੁਤ ਸਾਰੇ ਹੁਣ ਪਿਛਲੇ 2017 ਤੋਂ ਬਾਅਦ ਫੈਸਟੀਵਲ ਵਗੈਰਾ ਨਹੀਂ ਕਰਦਾ ਮੈਂ, ਨਹੀਂ ਤੇ ਬਹੁਤ ਸਾਰੇ ਬੱਚੇ ਜਿਹੜੇ ਜਿਨ੍ਹਾਂ ਨੂੰ ਫੋਕ ਆਰਕੈਸਟਰਾ ਵਗੈਰਾ ਕਰਾਇਆ, ਆਪ ਵੀ ਬਹੁਤ ਸਾਰਾ ਕੀਤਾ। ਕਾਨ ਸਿੰਘ ਕਾਨੂੰਨ ਸੀ ਹੁੰਦੇ, ਉਹਨਾਂ ਨੇ ਕਿੰਨਾ ਕੰਮ ਕਰਵਾਇਆ। ਇਹ ਈਵਨ ਕਿ ਇੱਕ ਵਾਰੀ ਈਸਟਾ ਹੋਟਲ ਦੇ ਵਿੱਚ ਇੱਥੇ ਫਿਰ ਇੰਡੀਆ ਦੇ ਪੂਰੇ MP ਇਕੱਠੇ ਹੋਏ ਸੀਗੇ। ਉਹਨਾਂ ਦੇ ਯਾਰ ਆਪਾਂ ਆਪਣਾ ਕਲਚਰ ਹੋਣਾ ਤਾਂ ਕਈ अच्छे मौके सारे मिले हैं। तुसी कई जगह करवाया, ਆਪਾਂ ਫਰੀਦਨਗਰ ਵੀ ਕਰਕੇ ਆਏ, ਕਈ ਜਗ੍ਹਾ ਕਰਕੇ। तो ਉਹ ਵੀ ਇੱਕ ਲੱਗਦਾ ਇੱਕ ਹੱਥੋਂ ਦੀ ਚੀਜ਼ ਨਿਕਲੀ ਹੋਏ ਜਰਾ ਅੱਛੀ ਲੱਗਦੀ, ਯਾਰ ਇਹ ਕੰਮ ਆਪਾਂ ਕੀਤਾ।
ਸੋਲ ਤੁਸੀਂ ਆਪਣੇ ਹੁਣ ਕਿਉਂਕਿ ਘਰ ਦੇ ਵਿੱਚ ਤੁਹਾਡੇ ਸਟੂਡੀਓ ਵੀ ਹੈ, ਬੱਚੇ ਤੁਹਾਡੇ ਬੇਟਾ ਬੇਟੀ ਉਹ ਵੀ ਸ਼ੌਕ ਰੱਖਦੇ ਇਹਦੇ ਵਿੱਚ? ਬਿਲਕੁਲ ਭਾਜੀ ਬਿਲਕੁਲ। ਬੇਟੀ ਬੇਟਾ ਜਿੱਦਾਂ ਮੈਂ ਕਈ ਵਾਰੀ ਆਪਾਂ ਰਿਹਰਸਲ ਤੇ ਤੁਹਾਡੇ ਕੋਲ ਵੀ ਆਪਾਂ ਇਕੱਠੇ ਹੁੰਦੇ ਰਹੇ ਆ, ਜਾਂ ਤੁਹਾਡੇ ਨਾਲ ਜਾਂ ਸਚਦੇਵਾ ਸਾਹਿਬ ਜਿੰਨਾ ਵੀ ਕੰਮ ਕੀਤਾ, ਰਿਹਰਸਲਾਂ ਨਾਲ ਜ਼ਰੂਰ ਸਾਰਿਆਂ ਨੇ ਦੇਖੀਆਂ। ਈਵਨ ਕਿ ਕਰਨ ਨੇ ਤੁਹਾਡੇ ਨਾਲ ਬਹੁਤ ਵਧੀਆ ਨਾਟਕ, ਕੁਕਨੂਸ ਭਗਤ ਸਿੰਘ ਸੀ ਸ਼ਾਇਦ, ਉਹ ਸੀਗਾ ਆਪਣਾ ਹਾਂ ਕੁਕਨੂਸ ਭਗਤ, ਛੋਟਾ ਭਗਤ ਸਿੰਘ ਜਸਕਰਨ ਕਰਦਾ ਸੀ, ਬਿਲਕੁਲ ਜਸਕਰਨ ਕਰਦਾ ਸੀ ਨਾ। ਹਾਂ, ਇਹ ਨਾਗੀ ਸਾਹਿਬ ਦੇ ਨਾਲ ਇਹਦੀਆਂ ਕਰਨ ਦੀਆਂ ਆਪਣੀਆਂ ਯਾਦਾਂ ਨੇ ਉਹ ਨਾਟਕ ਦੀਆਂ। ਹੁਣ ਵੀ ਗੱਲਾਂ ਦੱਸਦਾ ਹੁੰਦਾ ਵੀ ਕਿੱਦਾਂ ਨਾਗੀ ਅੰਕਲ ਨੇ ਭੁੱਲ ਜਾਣਾ, ਮੈਨੂੰ ਪੁੱਛਣਾ ਕਰਨ ਇੱਥੇ ਕੀ ਅੱਗੋਂ ਕੀ ਆ, ਇਹਨਾਂ ਚੱਕਰ ਲਾਈ ਜਾਣੇ। ਸੋ ਇਹੋ ਜਿਹੀਆਂ ਕਈ ਵਧੀਆ ਵਧੀਆ ਗੱਲਾਂ। ਜਸਕਰਨ ਇਸ ਵੇਲੇ ਸਾਊਂਡ ਦੀ ਡਿਗਰੀ ਕਰ ਰਿਹਾ, ਸਾਊਂਡ ਟੈਕ ਬੀਵੋਕ APJ ਕਾਲਜ ਤੋਂ। ਮਤਲਬ ਸਟੂਡੀਓ ਲਾਈਨ, ਉਹਨੂੰ ਸਟੂਡੀਓ ਲਾਈਨ ਦਾ ਜ਼ਿਆਦਾ ਸ਼ੌਕ ਹੈ ਵੀ ਨਵਾਂ ਮਿਊਜ਼ਿਕ ਕ੍ਰੀਏਟ ਕਰਦਾ, ਕਲਾਸੀਕਲ ਮਿਊਜ਼ਿਕ ਸਿੱਖ ਰਿਹਾ ਇਸ ਵੇਲੇ। ਔਰ ਗੁੜੀਆ ਜਿਹੜੀ ਬੇਟੀ ਵੱਡੀ ਹੈ, ਉਹ MA ਮਿਊਜ਼ਿਕ ਗਵਰਨਮੈਂਟ ਕਾਲਜ ਫਾਈਨਲ ਦੀ ਸਟੂਡੈਂਟ ਹੈ ਇਸ ਵੇਲੇ। ਕਿਆ ਬਾਤ ਹੈ, ਬਹੁਤ ਅੱਛੀ ਗੱਲ, ਬਹੁਤ ਬੱਚਿਆਂ ਨੂੰ ਬਹੁਤ ਸਾਰਾ ਸ਼ੌਕ ਅਸਲ ਚ ਵੇਖ ਕੇ ਭਾਜੀ ਪੈਂਦਾ। ਜਿੱਦਾਂ ਹੁਣ ਮੈਂ ਤੁਹਾਡੇ ਨਾਲ ਜੁੜਿਆ, ਮੈਂ ਨਾਟਕ ਰੰਗਮੰਚ ਨਾਲ ਜੁੜਿਆ। ਮੈਂ ਕਿਉਂਕਿ 10ਵੀਂ ਤੱਕ ਮੈਟ੍ਰਿਕ ਦੀ ਕੀਤੀ ਸੀ, ਪਰ ਉਹ ਜਿਹੜਾ ਪੜ੍ਹਨ ਦੀ ਚੇਟਕ ਮੈਨੂੰ ਤੁਹਾਡੇ ਨਾਲ ਜਾ ਕੇ ਨਾਟਕਾਂ ਦੀਆਂ ਸਕ੍ਰਿਪਟਾਂ ਪੜ੍ਹ ਕੇ ਆਦਤ ਪਈ ਮੈਨੂੰ ਪੜ੍ਹਨ ਦੀ ਬਹੁਤ। ਜਦੋਂ ਪੜ੍ਹਨ ਤੋਂ ਬਾਅਦ ਹੁਣ ਉਸ ਤੋਂ ਐਸੀ ਆਦਤ ਪਈ, ਹੁਣ ਵੀ ਕਹਾਣੀਆਂ, ਹੁਣ ਵੀ ਥੋੜੇ ਦਿਨ ਹੋਏ ਨੇ ਇੱਕ ਮੈਗਜ਼ੀਨ ਨਿਕਲਦਾ ਸਾਡਾ ਰਾਗ, ਲਿਟਰੇਰੀ ਮੈਗਜ਼ੀਨ ਹੈ, ਉਹ ਚ ਇੰਟਰਵਿਊ ਤੁਸੀਂ ਕੀਤੀ ਹੈ। ਉਹ ਸੋਲ ਤੁਸੀਂ ਬਹੁਤ ਅੱਛੀ ਇੰਟਰਵਿਊ ਕੀਤੀ, ਉਹ ਮੈਂ ਪੜ੍ਹੀ ਹੈ, ਉਹਦੀ ਪੜ੍ਹ ਲਈ ਹੈ। ਅੱਛਾ, ਪੜ੍ਹ ਲਈ। ਹਾਂ, ਤੇ ਉਹ ਮੇਰੇ ਦੋਸਤ ਨੇ ਤੁਹਾਡੇ ਨੂੰ ਵੀ ਪਿਆਰ ਕਰਦੇ ਨੇ, ਉਹ ਅਮਰੀਕਾ ਬੈਠੇ ਆ, ਪਰ ਉਹ ਬਦੋ ਬਦੀ ਨਹੀਂ ਯਾਰ ਤੂੰ ਲਿਖਣੀ ਹੈ। ਉਹ ਜਤਿੰਦਰ ਆਂਟੀ ਬਾਰੇ ਸੁਰਿੰਦਰ ਅੰਕਲ ਦੇ ਕੋਲੋਂ ਸਵਾਲ ਪੁੱਛੇ ਆ, ਉਹ ਏਦਾਂ ਦਾ ਕਾਫੀ ਕੁਛ ਉਹਦੇ ਚ ਹੈਗਾ। ਉਹ ਅੱਛਾ ਲੱਗਦਾ, ਅੱਛਾ ਮੈਂ ਲਿਖਿਆ ਯਾਰ ਇਹ, ਹਨਾ। ਕਿਸੇ ਵੇਲੇ ਯਕੀਨ ਹੁੰਦਾ ਆਪਣੇ ਆਪ ਦੇ ਉੱਤੇ। ਉਹ ਫਿਰ ਸੁਰਿੰਦਰ ਅੰਕਲ ਦੀ ਸ਼ਾਇਦ ਤੁਸੀਂ ਯਾਦ ਵਿੱਚ ਮੈਂ ਨੋਟ ਇਹ ਗੱਲ ਕੀਤੀ, ਪਾਕਿਸਤਾਨ ਜਦੋਂ ਅੰਕਲ ਨਾਲ ਸੀਗਾ, ਆਪਾਂ ਲੂਣਾ ਪਲੇ ਕਰਨ ਗਏ ਸੀ ਨਾ, ਉਹਦਾ ਜ਼ਿਕਰ ਵੀ ਵਿੱਚ ਕੀਤਾ ਵਾ। ਸੋ ਇਹ ਵਧੀਆ ਲੱਗਦਾ ਵੀ ਜਿਹਦੇ ਨਾਲ ਮੰਨ ਲਓ ਸਪੋਜ਼ ਮੈਂ ਤੁਹਾਡੇ ਨਾਲ ਕੱਲ ਨੂੰ ਗੱਲ ਕਰੂੰਗਾ, ਪਰ ਤੁਹਾਡੇ ਨਾਲ ਮੇਰੀਆਂ ਆਪਣੀਆਂ ਯਾਦਾਂ ਕਿੰਨੀਆਂ ਜੁੜੀਆਂ ਹੋਈਆਂ ਨੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਐ ਲੱਗਦਾ ਇੱਕ ਸਿਰਫ ਇਹ ਨਹੀਂ ਆ ਵੀ ਮੈਂ ਸੰਗੀਤ ਦਾ ਬੰਦਾ ਤੇ ਮੇਰਾ ਸਰੋਕਾਰ ਸਿਰਫ ਸੰਗੀਤ ਤੱਕ ਹੀ ਆ। ਸੰਗੀਤ ਦੇ ਨਾਲ ਜੇ ਰੰਗਮੰਚ ਦੇ ਕਿੰਨੀਆਂ ਗੱਲਾਂ ਹੋਰ ਨੇ ਜਿਹੜੀਆਂ ਸਿੱਖਣ ਵਾਲੀਆਂ ਮਿਲਦੀਆਂ। ਸੋਲ ਤੁਸੀਂ ਇਹਦੇ ਵਿੱਚ ਹੁਣ ਤੁਸੀਂ ਪਿੱਛੇ ਜੇ ਕੁਝ ਇੱਕ ਛੋਟੀਆਂ ਫਿਲਮਾਂ ਵੀ ਬਣਾਈਆਂ ਨੇ, ਜਿਹੜੀਆਂ ਅੱਧੇ ਘੰਟੇ ਵਾਲੀ ਕੋਈ ਟੈਲੀ ਫਿਲਮਾਂ ਇਸ ਤਰ੍ਹਾਂ ਦੀਆਂ ਤੁਸੀਂ ਬਣਾਈਆਂ, ਇਹ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿ ਮੈਂ ਹੁਣ ਆ ਵੀ ਕੰਮ ਕਰ ਲਵਾਂ? ਮੈਨੂੰ ਜਿਹੜੀ ਮੈਂ ਤੁਹਾਡਾ ਉਹੀ ਗੱਲ ਵੀ ਹੁਣ ਪੜ੍ਹਨ ਦੀ ਆਦਤ ਜਦੋਂ ਪਈ ਨਾ ਤੁਹਾਡੇ ਨਾਲ ਰਹਿ ਕੇ, ਬੇਸ਼ੱਕ ਕੋਲ ਸੁਣਨ ਵਾਲੇ ਜੋ ਮਰਜ਼ੀ ਕਹੀ ਜਾਣ, ਜੋ ਸੱਚ ਹੈ ਮੈਂ ਰੰਗਮੰਚ ਦੇ ਨਾਲ, ਹਾਲਾਂਕਿ ਮੈਂ ਸਾਰਿਆਂ ਨਾਲ ਕੰਮ ਕੀਤਾ, ਪਰ ਜਿੰਨਾ ਕੰਮ ਮੈਂ ਮੰਚ ਰੰਗਮੰਚ ਨਾਲ ਤੁਹਾਡੇ ਨਾਲ ਜੁੜ ਕੇ ਕੀਤਾ, ਮੈਂ ਉਹਦੀ ਗਿਣਤੀ ਕੋਈ ਨਹੀਂ। ਹੁਣ ਮੈਂ ਸ਼ਾਇਦ ਤੁਸੀਂ ਕਿਸੇ ਲਿਖਦੇ ਹੋ ਇੱਕ ਚੀਜ਼, ਮੈਂ ਪਤਾ ਨਹੀਂ ਮੈਂ ਕਿੰਨੇ ਨਾਟਕ ਦੇ ਸ਼ੋਅ ਕਿੰਨੇ ਕੀਤੇ ਨੇ, ਉਸ ਚੀਜ਼ ਦਾ ਕੋਈ ਮੇਰੇ ਕੋਲ ਹਿਸਾਬ ਨਹੀਂ। ਤੇ ਉਹ ਜਦੋਂ ਆਪਾਂ ਨਾਟਕ ਇੱਕ ਦੇ ਨਾਲ ਜੁੜਦੇ ਹਾਂ, ਉਹਦੀ ਸਕ੍ਰਿਪਟ ਪੜ੍ਹਦੇ ਹਾਂ, ਯਾਰ ਅੱਛਾ ਇਹ ਸਕ੍ਰਿਪਟ ਕਿੱਦਾਂ ਹੁੰਦੀ ਹੈ, ਜੇ ਮੈਂ ਬਣਾਵਾਂ ਤਾਂ ਮੈਂ ਕਿੱਦਾਂ ਦੀ ਬਣਾਵਾਂ, ਹਨਾ। ਤੇ ਉਹ ਇਸੇ ਤਰ੍ਹਾਂ ਫਿਰ ਮੈਂ ਇੱਕ ਫਿਲਮ ਪਹਿਲਾਂ ਬਣਾਈ ਸੀ ਕਿਆਰੀਆਂ। ਉਹਦੇ ਚ ਬਜ਼ੁਰਗਾਂ ਦੀ ਅਹਿਮੀਅਤ ਕੀ, ਜਿਹੜੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਦੇ ਨੇ। ਉਹ 13 ਮਿੰਟ ਦੀ ਫਿਲਮ ਸੀ। ਉਹ ਮੈਂ ਸਾਰੇ ਜਿਹਨੂੰ ਮੈਂ ਕਿਹਾ, ਜਸ ਭਾਜੀ ਸੀ, ਵਿਜੇ ਭਾਜੀ ਸੀ, ਸਾਰਿਆਂ ਨੂੰ ਲੈ ਕੇ, ਗੁਰਤੇਜ ਨੇ ਆਪਣਾ, ਗੁਰਤੇਜ ਮੇਰਾ ਹਮੇਸ਼ਾ ਹੀ ਸਾਥ ਦਿੰਦਾ, ਕਿਸੇ ਵੀ ਗੱਲ ਹੋਵੇ, ਕੋਈ ਵੀ ਗੱਲ ਹੋਵੇ ਨਾ, ਯਾਰ ਆਪਾਂ ਕਰਨਾ। ਉਹ ਕਹਿੰਦਾ ਉਹ ਭਾਜੀ ਨਾ ਰੋਲ ਕਰਨਾ ਜ਼ਰੂਰੀ ਨਹੀਂ ਹੈਗਾ, ਤੁਹਾਡੇ ਕੋਲ ਖਲੋ ਕੇ ਕੰਮ ਕਰਨਾ ਆਪਾਂ ਬਸ। ਤੇ ਸੋ ਉਹ ਕਿਆਰੀਆਂ ਕੀਤੀ, 13 ਮਿੰਟ ਦੀ ਬੜੀ ਅੱਛੀ ਫਿਲਮ। ਉਸ ਤੋਂ ਬਾਅਦ ਸ਼ਾਇਦ ਤੁਸੀਂ ਵੀ ਜਾਣਦੇ ਹੋ ਕਿ ਹਰਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ, ਹਾਂਜੀ, ਉਹ ਬੜੇ ਅੱਛੇ ਰਾਈਟਰ ਨੇ। ਉਹਨਾਂ ਦੀ ਇੱਕ ਬੜੀ ਵਧੀਆ ਕਵਿਤਾ ਸੀਗੀ, ਉਹ 10-12 ਲਾਈਨਾਂ ਦੀ ਕਵਿਤਾ ਸੀਗੀ। ਤੇ ਉਹ ਕਵਿਤਾ ਤੋਂ ਮੈਨੂੰ ਕਵਿਤਾ ਬੜੀ ਪਸੰਦ ਸੀ। ਉਹ ਕਵਿਤਾ ਮੈਂ ਸਾਂਭ ਛੱਡੀ। ਫਿਰ ਮੈਂ ਭਾਜੀ ਨਾਲ ਗੱਲ ਕੀਤੀ ਆ, ਮੈਂ ਇੱਥੇ ਕੁਛ ਕੰਮ ਕਰਨਾ ਚਾਹੁੰਦਾ, ਕਰ ਸਕਦਾ? ਕਹਿੰਦੇ ਯਾਰ ਕਰ ਲਾ। ਮੈਂ ਫਿਰ ਉਸ ਤੋਂ 17 ਮਿੰਟ ਦੀ ਬਿੱਲੂ ਫਿਲਮ ਬਣਾਈ। ਉਹ ਮੈਨੂੰ ਉਹ ਜਤਿੰਦਰ ਰਿਆੜ, ਉਹਨੂੰ ਮੈਂ ਕਿਹਾ, ਉਹਦੇ ਮੁੰਡੇ ਨੂੰ ਜਿਹੜਾ ਮਿਹਰਬਾਨ, ਉਹਨੂੰ ਲੈ ਕੇ ਉਹ ਫਿਲਮ ਬਣਾਈ। ਉਹ ਫਿਲਮ ਐਡੀ ਵਧੀਆ ਬਣੀ ਹੈ, ਫਿਲਮ ਐਡਾ ਵਧੀਆ ਸਬਜੈਕਟ ਹੈ। ਉਹਦੇ ਚ ਮਤਲਬ ਲੋਕੀ ਚਲੋ ਆਪਣੀ ਸੋਚ ਹੈ। ਮੈਂ ਉਸ ਫਿਲਮ ਨੂੰ ਬਣਾਉਣ ਦਾ ਮਕਸਦ ਇਹ ਸੀਗਾ ਵੀ ਸਾਰਿਆਂ ਚ ਬਰਾਬਰਤਾ ਹੋਣੀ ਚਾਹੀਦੀ, ਊਚ ਨੀਚ ਖਤਮ ਹੋ ਜਾਣੀ ਚਾਹੀਦੀ ਹੈ, ਜਿਹਨੂੰ ਲੋੜ ਆ ਉਹਨੂੰ ਮਿਲਣਾ ਚਾਹੀਦਾ। ਮੇਰਾ ਉਹ ਫਿਲਮ ਬਣਾਉਣ ਦਾ ਮਕਸਦ। ਬਿੱਲੂ ਫਿਲਮ ਬੜੀ ਖੂਬਸੂਰਤ ਸੀ। ਮੈਨੂੰ ਈਵਨ ਕਿ ਜਤਿੰਦਰ ਰਿਆੜ ਨੇ ਤੁਹਾਡਾ ਵਿਊ ਵੀ ਦੱਸਿਆ ਸੀਗਾ, ਤੁਸੀਂ ਉਹ ਫਿਲਮ ਦੇਖੀ ਤੇ ਤੁਸੀਂ ਤਾਰੀਫ ਕੀਤੀ, ਤੁਸੀਂ ਕਿਹਾ ਵੀ ਛੋਟੂ ਨੇ ਤੇ ਮਿਹਰਬਾਨ ਨੇ ਕੰਮ ਵਧੀਆ ਕੀਤਾ, ਜਤਿੰਦਰ ਨੇ ਵਧੀਆ ਕੀਤਾ, ਪਰ ਸੋਲ ਨੇ ਫਿਲਮ ਬੜੀ ਵਧੀਆ ਬਣਾਈ। ਇਹ ਮੈਨੂੰ ਵੈਸੇ ਉਹਨਾਂ ਦਿਨਾਂ ਚ 2-3 ਸਾਲ ਪਹਿਲਾਂ ਮੈਨੂੰ ਸਲਾਮ ਲੱਗੇ, ਕਹਿੰਦੇ ਭਾਜੀ ਬਹੁਤ ਤਾਰੀਫ ਕਰ ਰਹੇ ਸੀ। ਫਿਰ ਉਹ ਬਣਾਈ।
ਤੇ ਉਸ ਤੋਂ ਬਾਅਦ ਫਿਰ ਸੁਰਿੰਦਰ ਫਿਸ਼ਤਾ ਭੁੱਲੇ ਸ਼ਾਹ ਭਾਜੀ ਆਪਣੇ, ਇਹਨਾਂ ਨੇ ਹਮੇਸ਼ਾ ਹੀ ਆਪਾਂ ਇਹਨਾਂ ਵੇਖਿਆ ਮੋਢੇ ਥਾਂ ਚੁੱਕੇ ਇਦਾਂ ਦੇ ਕਾਮੇਡੀ ਜ਼ਿਆਦਾ ਕਰਦੇ ਆ। ਮੈਨੂੰ ਸੀਗਾ ਕਿ ਆਪਾਂ ਹਟ ਕੇ ਕੰਮ ਕਰਦੇ ਆ। ਇੰਡੀਅਨ ਆਰਮੀ ਤੋਂ ਫਿਲਮ ਬਣਾਈ ਦ ਰੀਅਲ ਕਾਸਟ। ਅੱਛਾ। ਇਹ 32 ਮਿੰਟ ਦੀ ਫਿਲਮ ਸੀ। ਇਹਦੇ ਚ ਭਾਜੀ ਦਾ ਕਰੈਕਟਰ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ। ਭਾਜੀ ਦੇ ਇਹਦੇ ਇੱਕ ਵਧੀਆ ਵਿਊ ਨੇ, ਉਹਨਾਂ ਦੇ ਜਿਹੜੇ ਦੋਸਤਾਂ ਨੇ ਜਿਨ੍ਹਾਂ ਨੂੰ ਅੱਜ ਤੱਕ ਭੁੱਲੇ ਸ਼ਾਹ ਦੇ ਰੂਪ ਚ ਵੇਖਿਆ, ਆਪਾਂ ਭੁੱਲੇ ਸ਼ਾਹ ਨਹੀਂ ਬਣਾਇਆ ਇਹਨਾਂ ਦਾ ਕਰਨਲ ਦਾ ਰੋਲ ਸੀ ਇੱਕ ਬੜਾ ਸ਼ਾਨਦਾਰ। ਸੋ ਇਹ ਉਹਦੇ ਚ ਸਾਰੀ ਜਿਹੜੇ ਸਕ੍ਰਿਪਟਾਂ ਮੈਂ ਤੁਸੀਂ ਮੈਨੂੰ ਦਿੰਦੇ ਸੀ, ਮੈਂ ਪੜ੍ਹਦਾ ਸੀ ਇਹ ਚ ਕੀ ਹੁੰਦਾ, ਉਸੇ ਤਰ੍ਹਾਂ ਉਹ ਸਕ੍ਰਿਪਟ ਸਾਰੀਆਂ ਫਿਰ ਆਪ ਬਣਾਈਆਂ ਮੈਂ, ਸਾਰੀਆਂ ਉਹ ਲਿਖੀਆਂ ਵੀ ਮੈਂ ਆਪ, ਸਾਰੀਆਂ ਜਿੰਨੀਆਂ ਵੀ ਇੱਕ 1 ਲਾਈਨ ਉਸ ਤੋਂ ਬਾਅਦ ਸਕ੍ਰਿਪਟ ਬਣਾਉਣ ਤੋਂ ਬਾਅਦ ਫਿਰ ਆਪ ਜਿੱਦਾਂ ਚਾਹੁੰਦਾ ਵੀ ਯਾਰ ਜਿੱਦਾਂ ਮੈਂ ਇੱਕ ਐਕਟਰ ਵੇਖ ਰਿਹਾ ਨਾਟਕ ਦੇ ਸਾਹਮਣੇ ਮੇਰੇ ਕਰੈਕਟਰ ਘੁੰਮ ਰਿਹਾ, ਜੇ ਮੈਂ ਹੋਵਾਂ ਤਾਂ ਮੈਂ ਕੀ ਕਰਾਂ, ਹਨਾ। ਉਹ ਚੀਜ਼ ਮੈਂ ਇਹਨਾਂ ਤਿੰਨਾਂ ਫਿਲਮਾਂ, ਮੈਨੂੰ ਕਦੀ ਇੱਛਾ ਨਹੀਂ ਹੁੰਦੀ ਰੋਲ ਕਰਨ ਦੀ, ਚੱਲ ਯਾਰ ਪਿੱਛੇ ਬੈਠ ਕੇ, ਜਿੱਦਾਂ ਤੁਸੀਂ ਪਿੱਛੇ ਬੈਠ ਕੇ ਕਿੰਨੇ ਲੋਕਾਂ ਨੂੰ ਬਣਾਇਆ, ਹਨਾ। ਤੇ ਉਹ ਚੀਜ਼ ਲੈ ਕੇ ਚੱਲਿਆ, ਫਿਲਮਾਂ ਬਣਾਈਆਂ, ਮਜ਼ਾ ਆਇਆ। ਅੱਗੋਂ ਹੋਰ ਕਾਫੀ ਸਾਰੇ ਬਿਲਕੁਲ ਹਾਂ, ਨਹੀਂ ਇਹ ਬੜੀ ਖੂਬਸੂਰਤ ਜਰਨੀ ਹੈ। ਮੈਂ ਇਹ ਦੇਖੋ ਇੱਕ ਪ੍ਰੋਸੈਸ ਹੁੰਦਾ ਹੈ, ਕੋਈ ਮਿਹਨਤੀ ਬੰਦਾ ਜਿਹੜਾ ਹੈ ਕਿ ਉਹ ਕਿਸ ਫੀਲਡ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਉਹ ਗੀਤ ਗਾਉਂਦਾ ਆ, ਫਿਰ ਉਹ ਸੰਗੀਤਕਾਰ ਬਣਦਾ ਹੈ, ਉਹ ਥੀਏਟਰ ਨਾਲ ਜੁੜਦਾ ਹੈ, ਔਰ ਉਹ ਫਿਲਮਾਂ ਬਣਾਉਂਦਾ ਹੈ, ਉਹ ਆਪਣਾ ਆਰਕੈਸਟਰਾ, ਫੋਕ ਆਰਕੈਸਟਰਾ ਕਰਦਾ ਹੈ, ਔਰ ਉਹ ਛੋਟੀਆਂ ਛੋਟੀਆਂ ਫਿਲਮਾਂ ਬਣਾਉਂਦਾ ਬੰਦਾ, ਔਰ ਆਪਣਾ ਸਟੂਡੀਓ ਕ੍ਰੀਏਟ ਕਰਦਾ, ਬੱਚੇ ਨਾਲ ਤੁਰਦੇ ਆ। ਇਹ ਬਹੁਤ ਖੂਬਸੂਰਤ ਜਰਨੀ ਹੈ ਮੈਂ ਸਮਝਦਾ। ਔਰ ਇਹ ਕੰਮ ਹੋਣੇ ਵੀ ਬਹੁਤ ਉਹੀ ਬੰਦੇ ਕਰ ਸਕਦੇ ਜਿਨ੍ਹਾਂ ਦੇ ਕੋਲ ਮਿਹਨਤ ਹੈ, ਜਿਨ੍ਹਾਂ ਕੋਲ ਕੋਈ ਵਿਜ਼ਨ ਹੁੰਦਾ ਹੈ, ਜਿਨ੍ਹਾਂ ਦੇ ਕੋਲ ਵਾਕਈ ਵੀ ਉਹ ਕ੍ਰੀਏਟਿਵ ਲੋਕ ਹੁੰਦੇ ਆ। ਤਾਂ ਇਸੇ ਕਰਕੇ ਇਹ ਸਾਡਾ ਜਿਹੜਾ, ਮੈਂ ਵੀ ਇਹ ਸਾਰਾ ਕੁਝ ਸਾਂਭਦਾ ਪਿਆ ਵਾ, ਕਿਉਂਕਿ ਇਹਨਾਂ ਦਿਨਾਂ 'ਚ ਮੌਕਾ ਮਿਲਿਆ ਕਿ ਕੁਦਰਤ ਨੇ ਸਾਨੂੰ ਦੇ ਦਿੱਤਾ ਕਿ ਅਸੀਂ ਇੱਕ ਦੂਜੇ ਬਾਰੇ ਜਾਣ ਸਕੀਏ, ਸਾਰਾ ਕੁਝ ਉਹਦੇ ਵਿੱਚ। ਤੇ ਲਗਭਗ ਹੁਣ ਮੈਂ ਮੇਰੇ ਖਿਆਲ ਹੈ ਕਿ 97-98 ਕਲਾਕਾਰਾਂ ਨਾਲ ਗੱਲ ਕਰ ਚੁੱਕਾ, ਅਜੇ ਕਰੀ ਜਾਵਾਂਗੇ ਜਿੰਨੀ ਦੇਰ ਹੋਰ ਮੌਕਾ ਹੈ, ਤੇ ਕਾਫੀ ਕੁਝ ਸਾਂਭਿਆ ਜਾਏਗਾ ਜਰਨੀ ਦੇ ਵਿੱਚ। ਤੇ ਮੈਂ ਦੇਖਿਆ ਬੜੀ ਖੂਬਸੂਰਤ ਜਰਨੀ ਹੈ ਕਿ ਤੁਸੀਂ ਇਸ ਤਰ੍ਹਾਂ ਆਪਣੀ ਫੀਲਡ ਵਿੱਚ ਕੰਮ ਕਰਦਿਆਂ ਲਿਖਣ ਤੱਕ, ਨਿਰਦੇਸ਼ਨਾਂ ਤੱਕ, ਔਰ ਅਦਾਕਾਰੀ ਵੀ ਕੀਤੀ ਤੁਸੀਂ। ਮੈਂ ਦੇਖਿਆ ਅਮਰਪਾਲ ਦੀ ਇੱਕ ਫਿਲਮ ਦੇ ਵਿੱਚ, ਤੇ ਨਾਟਕਾਂ ਵਿੱਚ ਵੀ, ਇੱਕ ਵਾਰੀ ਤੇ ਸਾਡੇ ਨਾਟਕ 'ਚ ਵੀ ਕੀਤੀ ਸੀ ਅਦਾਕਾਰੀ, ਤੇ ਫਿਰ ਤੁਸੀਂ ਦੂਜੇ ਸ਼ੂਗਰ ਫ੍ਰੀ 'ਚ ਵੀ ਕੀਤੀ, ਫਿਰ ਹੋਰ ਵੀ ਕਈ ਦੇ ਉੱਤੇ, ਹਨਾ। ਤੇ ਨਾਟਕਾਂ ਦੀ ਨਿਰਦੇਸ਼ਨਾ ਵੀ ਕੀਤੀ। ਸੋ ਇਹ ਮੈਂ ਸਮਝਦਾ ਖੂਬਸੂਰਤ ਇੱਕ ਕੰਮ ਹੈ, ਔਰ ਇੱਕ ਕ੍ਰੀਏਟਿਵ ਲੋਕਾਂ ਦੇ ਹਿੱਸੇ ਆਉਂਦਾ ਹੈ। ਤੁਸੀਂ ਕੋਈ ਬਸ ਹੁਣ ਸਾਡੇ ਕੋਲ ਆਖਰੀ ਚੰਕ ਦੇ ਵਿੱਚ ਬਸ 2-3 ਮਿੰਟ ਹੈ, ਤੁਸੀਂ ਕੋਈ ਆਪਣੇ ਵੱਲੋਂ ਕੁਝ ਗੱਲ ਕਹਿਣੀ ਚਾਹੋ ਆਪਣੇ ਹੋਰ ਸਾਥੀਆਂ ਲਈ, ਦੋਸਤਾਂ ਲਈ, ਜਾਂ ਆਪਣੇ ਕੰਮ ਦੇ ਬਾਰੇ 'ਚ ਕਰਨੀ ਚਾਹੋ ਤੇ ਜ਼ਰੂਰ ਕਰੋ। ਰੰਗਮੰਚ ਸੰਗੀਤ ਬਾਰੇ ਕੋਈ ਗੱਲ ਜੋ ਵੀ ਤੁਹਾਨੂੰ ਠੀਕ ਲੱਗੇ। ਬਿਲਕੁਲ ਨਹੀਂ, ਮੈਂ ਬਸ ਭਾਜੀ ਯੂਥ ਆ ਜਿਹੜਾ ਆਪਣਾ ਅੱਗੋਂ ਆ ਰਿਹਾ, ਕਿਉਂਕਿ ਇਹਨਾਂ ਦਿਨਾਂ ਦੇਖਿਆ ਯੂਥ ਕਾਲਾ ਬੜਾ, ਕਿਉਂਕਿ ਮੈਨੂੰ ਲੱਗਦਾ ਵੀ ਜਿੰਨੇ ਵੀ ਮੁੰਡੇ, ਕੋਈ ਸੰਗੀਤ ਚ ਆਵੇ, ਕੋਈ ਐਕਟਿੰਗ ਚ ਆਵੇ, ਕੋਈ ਨਿਰਦੇਸ਼ਨਾ ਚ ਆਵੇ, ਪਰ ਇੱਕ ਵਾਰੀ ਪਹਿਲਾਂ ਨਿਮਰਤਾ ਰੱਖ ਕੇ ਸਿੱਖੇ, 5-7-10 ਸਾਲ ਲਾਵੇ। ਜਿੱਦਾਂ ਮੈਂ ਤੁਹਾਡੇ ਕੋਲ ਬੜਾ ਕੁਛ ਸਿੱਖਿਆ, ਮੈਂ ਹੋਰ ਸੁਖਦੇਵਾ ਸਾਹਿਬ ਕੋਲ ਬੜਾ ਸਿੱਖਿਆ, ਮੈਂ ਹਰ ਕਿਸੇ ਕੋਲ ਸਿੱਖਦਾ। ਜੇ ਮਾਸਟਰ ਕੁਲਜੀਤ ਹੋਣੀ, ਉਹ ਕੀ ਚਾਹੁੰਦੇ ਨੇ, ਪਹਿਲੀ ਗੱਲ ਤਾਂ ਵੀ ਸਾਡਾ ਡਾਇਰੈਕਟਰ ਕੀ ਚਾਹੁੰਦਾ, ਉਹਨੂੰ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਨਾਟਕ ਦੇ ਲਈ, ਆਪਾਂ ਉਦਾਂ ਦੀ ਗੱਲ ਹੀ ਕਰੀਏ ਤੇ ਜ਼ਿਆਦਾ ਬੈਟਰ ਹੈ। ਉਸ ਤੋਂ ਬਾਅਦ ਹੌਲੀ ਜੋ ਮਰਜ਼ੀ ਆਪਾਂ ਲਾਈਫ 'ਚ ਹੋਰ ਬੜੇ ਰਸਤੇ ਨੇ ਆਪਣਾ ਵਿਖਾਉਣ ਦੇ, ਪਰ ਰੰਗਮੰਚ ਮੈਨੂੰ ਲੱਗਦਾ ਵੀ ਜੇ ਸਹੀ ਮਾਇਨੇ 'ਚ ਕਿਸੇ ਨੇ ਜ਼ਿੰਦਗੀ ਵਧੀਆ ਬਣਾਉਣੀ ਹੈ, ਉਹ ਰੰਗਮੰਚ ਦੀਆਂ ਬਰੀਕੀਆਂ ਦੇ ਨਾਲ ਤੁਰੇ ਤੇ ਵੱਡੇ ਤੁਹਾਡੇ ਵਰਗੇ ਗੁਰੂਆਂ ਕੋਲ ਸਿੱਖੇ, ਕੁਛ ਨਾ ਕੁਛ ਜ਼ਰੂਰ ਲਵੇ। ਤੇ ਇੱਕ ਮੈਨੂੰ ਇਹਨਾਂ ਦੇ ਗਜ਼ਲ ਕੰਪੋਜ਼ ਕਰ ਰਹਾ, ਮੈਂ ਇੱਕ ਸ਼ੇਰ ਸੁਣਾ ਤੁਹਾਨੂੰ। ਜੀਣ ਦਾ ਨਾਟਕ ਹਾਂ ਭਾਵੇਂ ਕਰ ਰਿਹਾ, ਬਹੁਤ ਸਾਰੇ ਲੋਕ ਨਾਟਕ ਹੀ ਕਰਦੇ ਨੇ ਜੀਣ ਦਾ, ਦੱਸਦੇ ਨਹੀਂ। ਜੀਣ ਦਾ ਨਾਟਕ ਹਾਂ ਭਾਵੇਂ ਕਰ ਰਿਹਾ, ਅੰਦਰੋਂ ਪਲ ਹਰ ਕੜੀ, ਅੰਦਰੋਂ ਪਲ ਹਰ ਕੜੀ ਹਾਂ ਮਰ ਰਿਹਾ, ਹਾਂ ਮਰ ਰਿਹਾ, ਜੀਣ ਦਾ ਨਾਟਕ ਹਾਂ ਭਾਵੇਂ ਕਰ ਰਿਹਾ। ਬਹੁਤ ਵਧੀਆ, ਬਹੁਤ ਸ਼ੁਕਰੀਆ ਭਾਜੀ ਤੁਹਾਡਾ, ਤੁਸੀਂ ਇੱਕ ਮੌਕਾ ਦਿੱਤਾ ਗੱਲ ਕਰਨ ਦਾ। ਤਾਂ ਅੱਜ ਸਭ ਤੋਂ ਵਧੀਆ ਗੱਲ ਹੋਈ ਵੀ ਡਿਸਟਰਬੈਂਸ ਨਹੀਂ ਹੋਈ ਵਿੱਚ, ਨਹੀਂ ਹੋਈ, ਵਾਕਈ ਬਹੁਤ ਵਧੀਆ।
ਔਰ ਤੁਸੀਂ ਇਹ 16 ਪਰਸੋਂ ਸ਼ਨੀਵਾਰ ਨੂੰ ਫਿਰ 5 ਵਜੇ ਅਸੀਂ ਉਧਰ ਨਾ ਮੰਚ ਰੰਗਮੰਚ ਦੇ ਜਿਹੜੇ 30 ਸਾਲ ਵਾਲੀ ਜਰਨੀ ਦੀ ਚੌਥੇ ਪੜਾਅ 'ਚ ਗੱਲ ਕਰਨੀ ਤੇ ਉਧਰ ਜਸਕਰਨ ਨੂੰ ਵੀ ਲਾਗੇ ਬਿਠਾਉਣਾ ਤੇ ਜਸਕਰਨ ਨੂੰ ਕਹਿਣਾ ਉਹ ਗੱਲ ਦੱਸੇ ਜਿਹੜੀ ਦਾਗੀ ਵਾਲੀ ਗੱਲ ਤੁਸੀਂ ਦੱਸੀ ਹੈ ਨਾ ਉਹ ਸ਼ੇਅਰ ਕਰੇ ਉਹਦੇ ਵਿੱਚ ਤੇ ਪਰਸੋਂ ਨੂੰ ਫਿਰ 5 ਵਜੇ ਮਿਲਾਂਗੇ ਆਪਾਂ ਉਹਦੇ ਵਿੱਚ ਤੁਸੀਂ ਸ਼ਾਮਲ ਹੋਇਆ ਸੋ ਬਹੁਤ ਸ਼ੁਕਰੀਆ ਆਪਣੇ ਇਹ ਬਹੁਤ ਵਧੀਆ ਐਕਸਪੀਰੀਅੰਸ ਤੁਸੀਂ ਸਾਂਝੇ ਕੀਤੇ ਆ ਸੋ ਆਪਾਂ ਫਿਰ ਜੁੜਾਂਗੇ ਫਿਰ ਮਿਲਾਂਗੇ ਜਿਹਦੇ ਵਾਸਤੇ ਰਹੋ ਸ਼ੁਕਰੀਆ ਓਕੇ ਓਕੇ ਭਾਈ